ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੋਰਠ। ਬਾਣੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जैसे लहर में उदद, जल केवल जल माही। जब हम होते तब तू नाही, अब तू ही मैं नाही। अनल अगम जैसे लहर में उदद, जल केवल जल माही। माधवे क्या कहिए भ्रम ऐसा, जैसा मानिए होए न तैसा। रहाव नरपत एक सिंहासन सोया, सुपने भया भिखारी। अशत राज विश्रत दुख पाया, सोगत भई हमारी। राज भयंग प्रसंग जैसे है, अब कश मर्म जनाया। अनक कटक जैसे भूल परे, अब कहते कहन न आया। सर्वे एक अनेक स्वामी, सब घट भोगवै सोई। कह रविदास हाथ पै नेरै, सहजे होए सोई। सर्वे एक अनेक स्वामी, सब घट भोगवै सोई। कह रविदास हाथ पै नेरै, सहजे होए सोई। चवर छत्र तखत दे मालक, गुरता गद्दी दे पावन पवित्र सिंघासन उपर सुभाएमान सतगुरु गरीब नवाज श्री गुरु ग्रंथ साहिब जी की पावन पवित्र हजूरी के अंदर सुभाएमान गुरु रूप गुरु सवारे खालसा सत संगत जी, आप जी सच्चे पातशाह जी के पावन पवित्र चरणा कमलों के विच हाजरी भर करके अपने मनुखा जीवन नूं सफल कर रहे हो। सतगुरु जी की अपार बख्शिश कृपा है
ਜੋ ਗਰੀਬ ਨਿਵਾਸ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਤਰਸ ਕਰਕੇ ਸਾਨੂੰ ਬਲ ਉਦਮ ਬਖਸ਼ਿਸ਼ ਕਰਦੇ ਨੇ, ਸ਼ੁਭ ਮਤ ਬਖਸ਼ਿਸ਼ ਕਰਦੇ ਨੇ ਆਪਣੇ ਚਰਨਾਂ ਨਾਲ ਜੁੜਨ ਦੀ। ਨਹੀਂ ਤੇ ਸੰਸਾਰ ਦਾ ਸਤ ਸੰਗਤ ਜੀ ਜਿਹੜਾ ਇਹ ਰੰਗ ਤਮਾਸ਼ਾ ਹੈ, ਖੇਲ ਹੈ, ਇਹ ਜੀਵ ਨੂੰ ਪ੍ਰਭੂ ਚਰਨਾਂ ਦੇ ਨਾਲ ਜੁੜਨ ਨਹੀਂ ਦਿੰਦਾ। ਹੈ ਤਾਂ ਇਹ ਮਾਇਆ ਪਰਮੇਸ਼ਰ ਆਸਰਿਤ ਹੀ ਹੈ, ਸਾਜੀ ਉਸਨੇ ਹੀ ਹੈ ਸਾਰੀ ਕਲਾ, ਪਰ ਇਹ ਆਪਣੇ ਰੰਗਾਂ ਦੇ ਵਿੱਚ ਜੀਵ ਨੂੰ ਖਿਡਾਉਂਦੀ ਹੈ। ਜਦੋਂ ਜੀਵ ਕਰਤੇ ਨੂੰ ਭੁੱਲ ਕਰਕੇ ਉਹਦੀ ਰਚਨਾ ਜਿਹੜੀ ਰਚੀ ਹੋਈ ਕ੍ਰਿਤ ਹੈ ਇਹਦੇ ਵਿੱਚ ਪੈ ਕਰਕੇ ਪਰਮੇਸ਼ਰ ਤੋਂ ਦੂਰ ਹੋ ਜਾਂਦਾ ਹੈ, ਅਗਿਆਨਤਾ ਦੇ ਵਸ ਭਰਮ ਦਾ ਮਾਰਿਆ ਹੋਇਆ, ਫਿਰ ਇਹਨੂੰ ਕਈ ਜਨਮ ਜਿਹੜੇ ਹਨ ਇਸੇ ਤਰ੍ਹਾਂ ਹੀ ਭਟਕਣਾ ਦੇ ਵਿੱਚ ਹੀ ਲੰਘ ਜਾਂਦੇ ਨੇ। ਇਹ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੀ ਤਰਸ, ਆਪਣਾ ਰਹਿਮਤ, ਆਪਣੀ ਬਖਸ਼ਿਸ਼ ਕਿਰਪਾ ਕਰ ਦੇਣ। ਇਹ ਸਮੱਤ ਜੀਵ ਦੇ ਹਿਰਦੇ ਵਿੱਚ ਆਉਂਦੀ ਹੈ ਕਿ ਮੈਂ ਕਿਹੜਾ ਪਾਸਾ ਚੁਣ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਵੱਲ ਜੁੜਨਾ ਹੈ ਔਰ ਆਪਣੇ ਜੀਵਨ ਦਾ ਉਧਾਰ ਸਤਿਗੁਰੂ ਦੀ ਕਿਰਪਾ ਸਦਕਾ ਕਰਵਾਉਣਾ ਹੈ। ਸਰਬੱਤ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਤਿਗੁਰੂ ਦੇ ਕੋਲ ਹਮੇਸ਼ਾ ਅਰਦਾਸ ਕਰਦਾ ਹੈ, ਅਰਦਾਸ ਤੇ ਅਰਦਾਸ ਦੀ ਹੀ ਸਤ ਸੰਗਤ ਜੀ ਇਹ ਸ਼ਕਤੀ ਹੈ ਕਿ ਜਦੋਂ ਉਹਦੀ ਅਰਦਾਸ ਸਤਿਗੁਰੂ ਦੇ ਚਰਨਾਂ ਨੂੰ ਭਾ ਜਾਵੇ, ਕਬੂਲ ਹੋ ਜਾਵੇ, ਤਾਂ ਮਹਾਰਾਜ ਸਾਹਿਬ ਜੀ ਇੱਕ ਬਰਕਤ ਉਹਨੂੰ ਬਖਸ਼ਿਸ਼ ਦੇ ਦਿੰਦੇ ਨੇ ਕਿ ਆਪਣੇ ਸਰੂਪ ਦੀ ਅਭੇਦਤਾ ਬਖਸ਼ਿਸ਼ ਕਰ ਦਿੰਦੇ ਹਨ। ਔਰ ਇਹ ਅਭੇਦਤਾ ਭਗਤ ਸਾਹਿਬਾਨਾਂ ਨੂੰ, ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ। ਆਮ ਸੰਸਾਰੀ ਮਨੁੱਖ ਇਹ ਸਾਧ ਸੰਗਤ ਜੀ ਸ਼ਬਦ ਨਹੀਂ ਆਪਣੇ ਆਪ 'ਤੇ ਵਰਤ ਸਕਦਾ ਕਿ ਮੈਂ ਪਰਮਾਤਮਾ ਨਾਲ ਭੇਦ ਹੋ ਗਿਆ ਹਾਂ, ਮੈਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇਕਮਿਕ ਹੋ ਗਿਆ ਹਾਂ। ਜਿਹੜਾ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਹੈ, ਇਹਦਾ ਜਿਹੜਾ ਤੱਤ ਸਿਧਾਂਤ ਹੈ ਨਾ ਸਤ ਸੰਗਤ ਜੀ, ਇਹ ਪਰਮਾਤਮਾ ਦੇ ਨਾਲ ਇਕਮਿਕ ਹੋਣ ਦਾ, ਉਹਦੇ ਵਿੱਚ ਅਭੇਦ ਹੋਣ ਦਾ ਹੀ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਸਾਧ ਸੰਗਤ ਜੀ, ਮੈਂ ਸਵੇਰੇ ਵੀ ਇਹ ਬੇਨਤੀ ਕੀਤੀ ਸੀ, ਗੁਰਸਿੱਖ ਆਪਣੇ ਮੁੱਖ ਭਗਤੀ ਰੱਖੇ, ਵਰਤੇ ਵੈਰਾਗ ਵਿੱਚ ਔਰ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਨੂੰ ਧਾਰਨ ਕਰਕੇ ਰੱਖੇ। ਇਹ ਗੁਰਮਤਿ ਦਾ ਸਤ ਸੰਗਤ ਜੀ ਮਾਰਗ ਹੈ। ਮੁੱਖ ਉੱਪਰ ਭਗਤੀ ਸਤਿਗੁਰੂ ਦੀ ਹੋਵੇ, ਭਾਵ ਜਿਵੇਂ ਭਗਤ ਨਿਮਾਣੇ ਨਿਤਾਣੇ ਬਣ ਕਰਕੇ ਰਹਿੰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਹੋਂ ਤਿਸ ਵਿਟੋਂ ਵਾਰਿਆ ਮਾਣ ਹੁੰਦੇ ਹੋਏ ਨਿਮਾਣਾ, ਹੋਂ ਤਿਸ ਵਿਟੋਂ ਵਾਰਿਆ ਤਾਣ ਹੁੰਦੇ ਹੋਏ ਨਿਤਾਣਾ। ਇਹ ਭਗਤੀ ਭਾਵ ਹੈ ਗੁਰਸਿੱਖ ਦਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਇਹਨੂੰ ਭਗਤੀ ਭਾਵਨਾ ਕਹਿੰਦੇ ਹਨ। ਹੋਂ ਅਪਰਾਧੀ ਗੁਣੈਗਾਰ, ਹੋਂ ਬੇਮੁਖ ਮੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠਗ ਦੇਸ਼ ਠਗੰਦਾ ਠਗੰਦਾ। ਇਹ ਭਗਤੀ ਭਾਵ ਹੈ। ਆਪਣੇ ਆਪ ਦੇ ਵਿੱਚ ਸਾਧ ਸੰਗਤ ਜੀ ਦੂਸ਼ਣ ਔਗਣ ਕਲਪਣੇ ਔਰ ਸਤਿਗੁਰੂ ਦੇ ਹਜ਼ੂਰ ਕਹਿਣਾ, ਸੱਚੇ ਪਾਤਸ਼ਾਹ ਮੈਂ ਨਿਮਾਣਾ ਹਾਂ, ਗਰੀਬ ਹਾਂ, ਮੇਰੀ ਲਾਜ ਪੱਦ ਤੁਸੀਂ ਆਪ ਜੀ ਨੇ ਰੱਖਣੀ ਹੈ। ਇਹ ਸਤ ਸੰਗਤ ਜੀ ਭਗਤੀ ਭਾਵਨਾ ਦੀ ਅਵਸਥਾ ਹੈ। ਔਰ ਜਿਹੜਾ ਭਗਤ ਇਸ ਅਵਸਥਾ ਦੇ ਵਿੱਚ ਸਿੱਖ ਰਹਿੰਦਾ, ਉਹਦੀ ਬਾਂਹ ਇੱਕ ਦਿਨ ਸਤਿਗੁਰੂ ਸਾਹਿਬ ਜੀ ਜ਼ਰੂਰ ਪਕੜਦੇ ਨੇ ਔਰ ਆਪਣੇ ਸਰੂਪ ਦੀ ਅਭੇਦਤਾ ਨੂੰ ਬਖਸ਼ਿਸ਼ ਕਰ ਦਿੰਦੇ ਹਨ। ਕੇਵਲ ਅਜੇ ਅਵਸਥਾ ਕੱਚੀ ਹੋਣੀ, ਏਡੀ ਵੱਡੀ ਪਹੁੰਚ ਨਾ ਬਣਨੀ, ਤੇ ਪਹਿਲਾਂ ਹੀ ਸਾਧ ਸੰਗਤ ਜੀ ਆਪਣੇ ਆਪ ਨੂੰ ਰੱਬ ਸਮਝੀ ਜਾਣਾ। ਮੈਂ ਸਿੱਧੀ ਭਾਸ਼ਾ ਵਿੱਚ ਕਹਿ ਦੇਵਾਂ, ਆਪਣੇ ਆਪ ਨੂੰ ਰੱਬ ਸਮਝ ਬੈਠਣਾ, ਇਹ ਹੰਕਾਰੀ ਬਿਰਤੀ ਦੇ ਮਨੁੱਖ ਦਾ ਬੋਲਬਾਲਾ ਹੁੰਦਾ ਹੈ। ਸੰਸਾਰ ਅੰਦਰ ਅਨੇਕਾਂ ਮਤ ਨੇ, ਗੁਰਮਤਿ ਦਾ ਮਤ ਜਿਹੜਾ ਹੈ ਉਹ ਭਗਤੀ ਦਾ ਹੈ। ਗੁਰਮੁਖ ਦੇ ਹਿਰਦੇ ਵਿੱਚ ਗਰੀਬੀ ਭਾਵ ਹੁੰਦਾ ਹੈ।
ਇੱਕ ਮਤ ਹੈ, ਉਹਨੂੰ ਵਿਦਾਂਤ ਮਤ ਕਹਿੰਦੇ ਨੇ। ਵਿਦਾਂਤ ਮਤ ਇਹ ਸਿਖਾਉਂਦਾ ਕਿ ਤੁਸੀਂ ਪਰਮੇਸ਼ਰ ਦਾ ਸਰੂਪ ਹੋ ਅਤੇ ਖੁਦ ਪਰਮੇਸ਼ਰ ਹੋ, ਤੁਹਾਡੇ ਵਿੱਚ ਅਤੇ ਰੱਬ ਵਿੱਚ ਕੋਈ ਭੇਦ ਨਹੀਂ ਹੈ ਤਾਂ ਜੀਵ ਪਰਮੇਸ਼ਰ ਦਾ ਹੀ ਸਰੂਪ ਸਤ ਸੰਗਤ ਜੀ। ਪਰ ਜਦੋਂ ਇਹ ਅਵਸਥਾ ਜੇ ਕੱਚੀ ਹੋਵੇ ਅਤੇ ਪਹਿਲਾਂ ਹੀ ਬੋਲਣਾ ਸ਼ੁਰੂ ਕਰ ਦੇਵੇ ਤਾਂ ਫਿਰ ਗੱਲ ਠੀਕ ਨਹੀਂ ਬਣਦੀ। ਜਿਹੜੇ ਸਾਡੇ ਭਗਤ ਸਾਹਿਬ ਹੋਏ ਨੇ, ਇਹਨਾਂ ਨੇ ਬਾਣੀ ਦੇ ਵਿੱਚ ਸ਼ਬਦ ਵਰਤੇ ਨੇ, ਪਰ ਇਹ ਵਰਤੇ ਭਗਤੀ ਭਾਵਨਾ ਦੇ ਨਾਲ ਹੀ ਨੇ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਜਦੋਂ ਮਹਾਰਾਜ ਸਾਹਿਬ ਜੀ ਬਾਣੀ ਲਿਖਵਾ ਰਹੇ ਨੇ ਅਤੇ ਲਾਹੌਰ ਦੀ ਧਰਤੀ ਦੇ ਰਹਿਣ ਵਾਲੇ ਭਗਤ ਸੁਣ ਕਰਕੇ ਸਤਿਗੁਰੂ ਜੀ ਦੇ ਕੋਲ ਆ ਗਏ। ਆ ਕੇ ਕਹਿਣ ਲੱਗੇ, ਹੰਕਾਰ ਬਹੁਤ ਸੀ ਮਨ ਦੇ ਵਿੱਚ ਆਪਣੇ ਆਪ ਦਾ ਕਿ ਅਸੀਂ ਵੀ ਭਗਤ ਹੁੰਦੇ ਹਾਂ। ਗੁਰੂ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਤਾਂ ਮਹਾਰਾਜ ਪ੍ਰਤੱਖ ਹਰ ਨੇ, ਪਰਮੇਸ਼ਰ ਸਰੂਪ ਨੇ। ਕਹਿੰਦੇ ਸਾਡੀ ਵੀ ਬਾਣੀ ਲਿਖੋ ਮਹਾਰਾਜ, ਤੁਸੀਂ ਸਾਰੇ ਭਗਤਾਂ ਦੀ ਬਾਣੀ ਲਿਖੀ ਜਾਂਦੇ ਹੋ, ਜਿਹੜੇ ਇਸ ਵੇਲੇ ਸੰਸਾਰ ਵਿੱਚ ਨਹੀਂ ਵੀ ਨੇ ਉਹਨਾਂ ਦੀ ਵੀ ਤੁਸੀਂ ਲਿਖੀ ਜਾਂਦੇ ਹੋ, ਅਤੇ ਸਾਡੀ ਵੀ ਲਿਖੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੀ ਆਇਆਂ ਨੂੰ ਭਾਈ, ਆ ਜਾਓ, ਪਹਿਲਾਂ ਆਪਣੀ ਬਾਣੀ ਸੁਣਾਓ ਤੁਸੀਂ। ਇਹ ਭਗਤਾਂ ਦੇ ਨਾਮ ਕੀ ਹਨ? ਕਾਨ੍ਹਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ। ਮੈਂ ਇੱਥੇ ਚਾਰਾਂ ਦੀ ਵਿਆਖਿਆ ਜਾਂ ਵਾਰਤਾ ਨਹੀਂ ਕਰਾਂਗਾ, ਕਿਉਂਕਿ ਇਤਿਹਾਸ ਦੀ ਜਿਹੜੀ ਇਹ ਘਟਨਾ ਕੁਝ ਲੰਬੇਰੀ ਹੈ। ਸੋ ਮਹਾਰਾਜ ਨੇ ਕਿਹਾ ਸੁਣਾਓ। ਪਹਿਲੇ ਨੇ ਇਹ ਸ਼ਬਦ ਕਹਿਣੇ ਕੀਤੇ, ਤੂੰ ਉਹੀ ਰੇ, ਤੂੰ ਉਹੀ ਰੇ। ਕਹਿ ਲੱਗਾ ਤੂੰ ਕੌਣ ਹੈ? ਤੂੰ ਉਹ ਹੈ ਜਿਹਨੂੰ ਸਾਰੇ ਜਾ ਕੋ ਬ੍ਰਹਮਾ ਵਿਆਸ ਮਨ ਖੋਜ, ਤੂੰ ਉਹੀ ਰੇ। ਜਿਹਨੂੰ ਬ੍ਰਹਮਾ ਵੇਦ ਵਿਆਸ ਸ਼ਿਵ ਜੀ ਆਦਿਕ ਖੋਜਦੇ ਨੇ, ਲੱਭਦੇ ਨੇ, ਤੂੰ ਉਹ ਹੈ। ਸਿੱਧਾ ਹੀ ਭਾਵ ਆਪਣੀ ਹਉਮੈ ਨੂੰ ਜਨਾਉਣਾ ਕਿ ਮੈਂ ਰੱਬ ਹਾਂ। ਮਹਾਰਾਜ ਕਹਿਣ ਲੱਗੇ, ਠੀਕ ਹੈ, ਤੇਰੀ ਗੱਲ ਤਾਂ ਠੀਕ ਹੈ ਤਾਂ ਜੀਵ ਪਰਮੇਸ਼ਰ ਦਾ ਹੀ ਸਰੂਪ, ਪਰ ਜਦੋਂ ਤੇਰੀ ਬਾਣੀ ਨੂੰ ਸਾਡੇ ਸਿੱਖ ਆਉਣ ਵਾਲੇ ਸਮੇਂ ਵਿੱਚ ਪੜ੍ਹਨਗੇ, ਆਪਣੇ ਆਪ ਹੀ ਮਨ ਵਿੱਚ ਹੰਕਾਰ ਪਾਲ ਬੈਠਣਗੇ। ਜਿਨ੍ਹਾਂ ਦੀ ਅਵਸਥਾ ਜੇ ਕੱਚੀ ਹੋਵੇਗੀ, ਉਹ ਤਾਂ ਹਉਮੈ ਦੇ ਘਰ ਵਿੱਚ ਆ ਜਾਵਣਗੇ। ਮਹਾਰਾਜ ਨੇ ਕਿਹਾ ਇਹ ਤੇਰੀ ਬਾਣੀ ਨਹੀਂ ਚੱਲਣੀ। ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਭਗਤੀ ਦਾ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਫਕੀਰ ਹੋਇਆ ਹੈ, ਭਾਵ ਇੱਕ ਉਹਨਾਂ ਦਾ ਐਸਾ ਸੰਤ, ਐਸਾ ਭਗਤ ਗੁਰਸਿੱਖ, ਉਹ ਸਤਿਗੁਰੂ ਜੀ ਦੀ ਆਗਿਆ ਮੰਨ ਕਰਕੇ ਜੰਮੂ ਕਸ਼ਮੀਰ ਦੀ ਧਰਤੀ ਨੂੰ ਪ੍ਰਚਾਰ ਵਾਸਤੇ ਜਾ ਰਿਹਾ ਹੈ। ਭਾਈ ਸਾਹਿਬ ਜੀ ਦਾ ਜਿਹੜਾ ਪਹਿਰਾਵਾ ਹੈ ਬੜਾ ਸਾਦਾ ਹੈ, ਜੋੜਾ ਵੀ ਟੁੱਟਾ ਹੋਇਆ ਅਤੇ ਕੱਪੜੇ ਵੀ ਬਹੁਤੇ ਨਵੇਂ ਨਹੀਂ ਹਨ, ਮਸਤਾਨੀ ਜੀ ਹਾਲਤ ਹੈ। ਜਦੋਂ ਜੰਮੂ ਦੀ ਧਰਤੀ 'ਤੇ ਗਏ, ਉੱਥੋਂ ਦੇ ਫਕੀਰ ਨੇ ਭਾਈ ਸਾਹਿਬ ਜੀ ਦਾ ਵੇਖ ਕਰਕੇ ਵੇਸ਼ ਭੂਸ਼ਾ 'ਤੇ ਤਰਕ ਕੀਤੀ ਵੀ ਇਹਨਾਂ ਦਾ ਸਤਿਗੁਰੂ ਤਾਂ ਬਹੁਤ ਵੱਡਾ ਹੈ, ਉਹਨੂੰ ਮੀਰੀ ਪੀਰੀ ਦਾ ਮਾਲਕ ਕਹਿੰਦੇ ਨੇ, ਪਰ ਸਿੱਖ ਦਾ ਜਿਹੜਾ ਪਹਿਰਾਵਾ ਹੈ ਬੜਾ ਸਾਦਾ ਹੈ, ਬੜਾ ਗਰੀਬੀ ਵਾਲਾ ਹੈ। ਟੁੱਟਾ ਹੋਇਆ ਜੋੜਾ ਪਾਇਆ ਹੈ ਅਤੇ ਟੁੱਟੇ ਜੋੜੇ ਦੇ ਨਾਲ, ਜੁੱਤੇ ਦੇ ਨਾਲ ਧੂੜ ਉੱਡ ਉੱਡ ਕਰਕੇ ਉਹਨਾਂ ਦੇ ਸਰੀਰ ਨੂੰ ਤਾਂ ਚੜ੍ਹੀ ਪਈ ਹੈ। ਤਰਕ ਕੀਤਾ, ਸਿੱਖ ਨੂੰ ਕਹਿਣ ਲੱਗਾ ਕਿ ਤੁਹਾਡਾ ਸਤਿਗੁਰੂ ਤਾਂ ਸੱਚੇ ਪਾਤਸ਼ਾਹ ਹੈ, ਮੀਰੀ ਪੀਰੀ ਦਾ ਮਾਲਕ ਹੈ, ਪਰ ਤੇਰੀ ਹਾਲਤ ਬੜੀ ਗਰੀਬੀ ਜਿਹੀ ਵਾਲੀ ਹੈ। ਜਦੋਂ ਐਸੀ ਅਵਸਥਾ ਨੂੰ ਦੇਖਿਆ ਵੀ ਇਹਨੇ ਤਰਕ ਕੀਤਾ ਮਨ ਦੇ ਵਿੱਚ, ਭਾਈ ਸਾਹਿਬ ਕਹਿੰਦੇ ਦੇਖ ਇੱਧਰ ਫਕੀਰਾ ਜਰਾ ਝਾਤੀ ਮਾਰ, ਪੱਥਰ ਹੀ ਪੱਥਰ ਪਏ ਹੋਏ ਸਨ ਛੋਟੇ ਛੋਟੇ। ਕਹਿੰਦੇ ਦੇਖ ਆਪਣੀ ਨਿਗਾਹ ਨਾਲ। ਕੀ ਦੇਖਿਆ? ਸਾਰੇ ਹੀਰੇ ਜਵਾਹਰਾਤ ਹੀ ਨਜ਼ਰ ਆਏ ਉਸ ਨੂੰ। ਚਰਨਾਂ 'ਤੇ ਪੈ ਗਿਆ, ਤੇਰੇ ਵਿੱਚ ਇੰਨੀ ਕਰਾਮਾਤ, ਤੂੰ ਆਪਣੇ ਸਰੀਰ ਨੂੰ ਜਾਂ ਆਪਣੇ ਇਸ ਅਵਸਥਾ ਨੂੰ ਸੁਧਾਰ ਕਿਉਂ ਨਹੀਂ ਲੈਂਦਾ? ਸੁੱਖ ਭੋਗ ਆਨੰਦ ਲੈ। ਭਾਈ ਸਾਹਿਬ ਕਹਿਣ ਲੱਗੇ ਕਿ ਇਸ ਤਰ੍ਹਾਂ ਹੈ ਫਕੀਰਾ, ਗੱਲ ਇਹ ਹੈ ਕਿ ਸਾਨੂੰ ਸਤਿਗੁਰੂ ਦਾ ਹੁਕਮ ਹੈ ਗਰੀਬੀ ਵਿੱਚ ਰਹਿਣਾ। ਗਰੀਬੀ ਦਾ ਭਾਵ ਜੇਕਰ ਤੇਰੇ ਕੋਲ ਸਭ ਦਾਤਾਂ ਸ਼ਕਤੀਆਂ ਆ ਵੀ ਜਾਵਣ, ਜਦੋਂ ਪਰਮੇਸ਼ਰ ਦੇ ਸਤ ਸੰਗ ਜੀ ਮਾਰਗ 'ਤੇ ਤੁਰੀਦਾ ਹੈ, ਨਾਮ ਜਪੀਦਾ ਹੈ, ਭਗਤੀ ਕਰੀਦੀ ਹੈ,
ਰਿੱਧੀਆਂ ਸਿੱਧੀਆਂ ਤੇ ਇੱਕ ਰਸਤੇ ਦੀ ਮੰਜ਼ਿਲ ਹੈ, ਰਾਹ ਵਿੱਚ ਆਉਣ ਵਾਲੀਆਂ ਵਸਤੂਆਂ। ਔਰ ਪਰਮੇਸ਼ਰ ਨੂੰ ਮਿਲਣਾ ਜਿਹੜਾ ਹੈ ਉਹ ਸਾਧ ਸੰਗਤ ਜੀ ਮੰਜ਼ਿਲ ਦੇ ਉੱਪਰ ਪਹੁੰਚਣਾ ਹੈ। ਕਹਿਣ ਲੱਗੇ ਇਹ ਤਾਂ ਰਸਤੇ ਦੀਆਂ ਚੀਜ਼ਾਂ ਹਨ, ਅਤੇ ਅਸੀਂ ਜੇਕਰ ਇਹਨਾਂ ਵਿੱਚ ਹੀ ਮਨ ਆਪਣਾ ਉਲਝਾ ਲਈਏ ਤਾਂ ਅਸੀਂ ਸਤਿਗੁਰੂ ਤੱਕ, ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ। ਸਾਨੂੰ ਸਤਿਗੁਰੂ ਦਾ ਹੁਕਮ ਹੈ ਕਿ ਮੁੱਖ ਉੱਪਰ ਭਗਤੀ ਰੱਖਣੀ ਹੈ, ਵਰਤਣਾ ਵੈਰਾਗ ਵਿੱਚ ਹੈ, ਅਤੇ ਹਿਰਦੇ ਵਿੱਚ ਬ੍ਰਹਮ ਗਿਆਨ ਧਾਰਨ ਕਰਨਾ ਹੈ। ਹਿਰਦੇ ਵਿੱਚ ਬ੍ਰਹਮ ਗਿਆਨ ਧਾਰਨ ਕਰਨਾ ਕਿ ਮੈਂ ਪਰਮੇਸ਼ਰ ਦਾ ਸਰੂਪ ਹਾਂ, ਮੈਂ ਦੇਹ ਨਹੀਂ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਮਨ ਤੋਂ ਪਰੇ ਹਾਂ, ਇਹ ਅਵਸਥਾ ਰੱਖਣੀ। ਅਤੇ ਭਗਤੀ ਹਮੇਸ਼ਾ ਮੁੱਖ ਤੋਂ ਆਪਣੇ ਤੋਂ ਕਰਨੀ, ਅਤੇ ਵਰਤਨ ਵੈਰਾਗ ਵਿੱਚ ਸੰਸਾਰ ਨੂੰ ਨਾਸ਼ਵੰਤ ਸਮਝ ਕਰਕੇ ਚੱਲਣਾ। ਇਹ ਗੁਰੂ ਦਾ ਹੁਕਮ ਹੈ। ਸੋ ਜਦੋਂ ਇਹ ਅਵਸਥਾ ਕਿਸੇ ਨੂੰ ਪ੍ਰਾਪਤ ਹੋ ਜਾਂਦੀ ਹੈ, ਉਹ ਸਾਰਾ ਜੀਵਨ ਸਾਧ ਸੰਗਤ ਜੀ ਭਗਤੀ ਭਾਵਨਾ ਦੇ ਵਿੱਚ ਹੀ ਆਪਣਾ ਬਤੀਤ ਕਰਦਾ ਹੈ। ਜਿਹੜਾ ਇਹ ਸ਼ਬਦ ਹੈ ਭਗਤ ਰਵਿਦਾਸ ਸਾਹਿਬ ਜੀ ਦਾ, ਇਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਹੇ ਵਾਹਿਗੁਰੂ ਸਾਹਿਬ ਜੀ, ਆਪ ਜੀ ਨੇ ਸਾਡਾ ਭਰਮ ਦੂਰ ਕਰ ਦਿੱਤਾ ਹੈ, ਭਰਮ ਖਤਮ ਕਰਕੇ ਸਾਨੂੰ ਆਪਣੇ ਵਿੱਚ ਅਭੇਦ ਕਰ ਲਿਆ ਹੈ। ਨਹੀਂ ਤਾਂ ਸਾਡੀ ਜਿਹੜੀ ਅਵਸਥਾ ਸੀ ਪਹਿਲਾਂ ਹਉਮੈ ਦੀ ਭਰੀ ਹੋਈ ਸੀ, ਕੇਵਲ ਹਉਮੈ ਦੇ ਵਿੱਚ ਹੀ ਅਸੀਂ ਬੋਲਦੇ ਸਾਂ। ਹਉਮੈ ਕਰਕੇ ਆਪ ਜੀ ਤੱਕ ਸਾਡਾ ਮਿਲਾਪ ਨਹੀਂ ਸੀ ਹੋ ਸਕਦਾ। ਸਤ ਸੰਗਤ ਜੀ, ਜਿੰਨਾ ਚਿਰ ਹਉਮੈ ਹੈ ਉਨਾ ਚਿਰ ਦੁੱਖ ਹੀ ਦੁੱਖ ਹੈ। ਜਦੋਂ ਹਉਮੈ ਖਤਮ ਹੋ ਗਈ, ਕਬੀਰ ਤੂੰ ਕਰਤਾ ਤੂੰ ਹੁਆ, ਜਦੋਂ ਤੇ ਆਪਣੇ ਆਪ ਦਾ ਭਾਵ ਹੁੰਦਾ ਕਿ ਮੈਂ ਹੀ ਮੈਂ ਕਰਦਾ ਰਹਿੰਦਾ, ਉਦੋਂ ਉਹਨਾਂ ਚਿਰ ਕੋਈ ਅਵਸਥਾ ਨਹੀਂ ਮਿਲਦੀ ਜਦੋਂ ਕੇਵਲ ਪਰਮਾਤਮਾ ਨੂੰ ਹੇ ਵਾਹਿਗੁਰੂ ਸਾਹਿਬ ਜੀ ਤੁਸੀਂ ਹੀ ਹੋ ਸਭ ਜਗ੍ਹਾ। ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਫਿਰ ਜਦੋਂ ਆਪਾ ਭਾਵ ਖਤਮ ਹੋ ਗਿਆ ਅਤੇ ਔਰ ਪਰਾਈ, ਕਿਸੇ ਨੂੰ ਪਰਾਇਆ ਸਮਝਣਾ, ਦੁਸ਼ਮਣ ਵੈਰੀ ਸਮਝਣਾ, ਇਹ ਭਾਵਨਾ ਖਤਮ ਹੋ ਗਈ। ਫਿਰ ਹਰ ਜਗ੍ਹਾ 'ਤੇ ਪਰਮੇਸ਼ਰ ਹੀ ਸਤ ਸੰਗਤ ਜੀ ਨਜ਼ਰ ਆਉਂਦਾ ਹੈ। ਇਹ ਅਵਸਥਾ ਬਣ ਜਾਂਦੀ ਹੈ ਭਗਤ ਦੀ। ਬਖਸ਼ਿਸ਼ ਕਰ ਰਹੇ ਨੇ ਸਰਬੱਤ ਸੰਗਤ, ਮੁਖ ਕਰੋ ਪਵਿੱਤਰ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਸੋਰਠ, ਬਾਣੀ ਭਗਤ ਰਵਿਦਾਸ ਜੀ ਕੀ। ਸੋਰਠ ਰਾਗ ਹੈ ਅਤੇ ਭਗਤ ਰਵਿਦਾਸ ਸਾਹਿਬ ਜੀ ਦੀ ਪਾਵਨ ਬਾਣੀ ਹੈ। ਪਹਿਲਾਂ ਸਤਿਗੁਰਾਂ ਨੇ ਜਿਹੜੀ ਇਹ ਪਾਵਨ ਬਾਣੀ ਹੈ ਇਹਨੂੰ ਸਾਧ ਸੰਗਤ ਜੀ ਲੜੀਵਾਰ, ਕ੍ਰਮਵਾਰ ਲਿਖਿਆ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ, ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ, ਪੰਚਮ ਪਾਤਸ਼ਾਹ ਜੀ ਦੀ ਬਾਣੀ ਹੈ। ਔਰ ਜਦੋਂ ਸਤਿਗੁਰਾਂ ਦੀਆਂ ਬਾਣੀਆਂ ਤੋਂ ਬਾਅਦ ਫਿਰ ਭਗਤ ਬਾਣੀ ਸਾਧ ਸੰਗਤ ਜੀ ਆਉਂਦੀ ਹੈ। ਸੋਠ ਰਾਗ ਅੰਦਰ ਭਗਤ ਸਾਹਿਬ ਜੀ ਦੀ ਬਾਣੀ ਰਮਤਾ ਹੁੰਦੀ ਹੈ। ਔਰ ਇਸ ਬਾਣੀ ਦਾ ਇਹ ਪਹਿਲਾ ਸ਼ਬਦ ਹੈ ਸੋਠ ਰਾਗ ਦਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦੁੱਤੀ ਹੈ ਪਰਮੇਸ਼ਰ, ਓੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਸਰੂਪ ਹੈ, ਭਾਵ ਕਿ ਸਾਰੇ ਜੀਵਾਂ ਨੂੰ ਆਪਣੀ ਚੇਤਨ ਸੱਤਾ ਦੇ ਨਾਲ ਪ੍ਰਕਾਸ਼ਮਈ ਕਰਦਾ ਹੈ। ਜਿੰਨੇ ਵੀ ਜੜ ਜੰਗਮ ਹਨ ਸਾਰਿਆਂ ਵਿੱਚ ਸਤ ਸੰਗਤ ਜੀ ਚੇਤਨਤਾ ਹੀ ਉਸ ਪਰਮਾਤਮਾ ਦੀ ਹੈ। ਜਿੰਨੀਆਂ ਵੀ ਖਾਣੀਆਂ ਹਨ, ਜਿੰਨੇ ਤਰ੍ਹਾਂ ਦੇ ਜੀਵ ਹਨ, ਅੰਡਜ ਇਰਜ ਸਿਤ ਉਤ ਭੁਜ, ਇਹ ਸਭ ਕਿਹਦੇ ਆਸ਼ਰਿਤ ਹਨ? ਉਸ ਓੰਕਾਰ ਪਰਮੇਸ਼ਰ ਦੇ, ਉਹਦੇ ਪ੍ਰਕਾਸ਼ ਦੇ ਨਾਲ ਹੀ ਸਾਰੇ ਪ੍ਰਕਾਸ਼ ਰਹੇ ਹਨ। ਜੋ ਧਰਤੀ ਦੇ ਸਾਨੂੰ ਬੈਠੇ ਹੋਇਆਂ ਨੂੰ ਪ੍ਰਕਾਸ਼ ਕਰਨ ਵਾਲੇ ਸੂਰਜ ਚੰਦਰਮਾ ਦਿਸਦੇ ਹਨ, ਇਹਨਾਂ ਅੰਦਰ ਵੀ ਪ੍ਰਕਾਸ਼ ਪਰਮਾਤਮਾ ਦਾ ਹੀ ਹੈ। ਸਭ ਤਾਰੇ ਜੋਤੀਆਂ ਜੋ ਵੀ ਹਨ ਸਭ ਅੰਦਰ ਪ੍ਰਕਾਸ਼ ਪਰਮੇਸ਼ਰ ਦਾ, ਵਾਹਿਗੁਰੂ ਦਾ। ਉਹ ਕਹਿਣ ਮਾਤਰ ਹੀ ਜੀਵ ਦੀ ਰੱਖਿਆ ਕਰਦਾ। ਸਤਿਗੁਰ ਪ੍ਰਸਾਦ ਉਹ ਸਤ ਚੇਤਨ ਆਨੰਦ ਸਰੂਪ ਹੈ, ਤਿੰਨੇ ਸਮਿਆਂ ਦੇ ਵਿੱਚ ਨਾਸ਼ ਤੋਂ ਰਹਿਤ ਹੈ। ਪਰਮਾਤਮਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਸਾਧ ਸੰਗਤ ਜੀ ਪ੍ਰਾਪਤੀ ਉਸ ਵਾਹਿਗੁਰੂ ਦੀ ਹੁੰਦੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਭਗਤ ਰਵਿਦਾਸ ਸਾਹਿਬ ਜੀ ਫਰਮਾਉਂਦੇ ਹੈ, ਸਤਿਗੁਰੂ ਜੀ ਜਦੋਂ ਅਸੀਂ ਆਪਣੇ ਆਪ ਨੂੰ ਸਭ ਜਗ੍ਹਾ 'ਤੇ ਸਮਝਦੇ ਹਾਂ, ਮੈਂ ਕਰਦੇ ਹਾਂ,
ਹੰਕਾਰ ਦੇ ਸਹਿਤ ਹੋ ਕਰਕੇ ਆਪਣਤ ਜਨਾਈ ਦੀ ਹੈ, ਆਪਣੀ ਦੇਹ ਦਾ ਅਭਿਮਾਨ, ਆਪਣੇ ਗੁਣਾਂ ਦਾ ਅਭਿਮਾਨ, ਆਪਣੀ ਧਨ ਵਿਭੂਤੀ ਦਾ ਅਭਿਮਾਨ ਕਰਨਾ, ਪਰਿਵਾਰ ਦਾ ਆਪਣੀਆਂ ਵਸਤੂਆਂ ਦਾ ਮਾਣ ਕਰਨਾ, ਉਹਨਾਂ ਚਿਰ ਸਤ ਸੰਗ ਜੀ ਪਰਮਾਤਮਾ ਦੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਜੀ। ਕਦੋਂ ਹੁੰਦੀ ਹੈ? ਅਬ ਤੂੰ ਹੀ ਮੈਂ ਨਾਹੀ, ਜਦੋਂ ਇਹ ਅਵਸਥਾ ਬਣ ਗਈ ਹੈ ਵਾਹਿਗੁਰੂ ਸਾਹਿਬ ਜੀ ਹੁਣ ਕੇਵਲ ਤੁਸੀਂ ਹੀ ਹੋ, ਮੈਂ ਹੁਣ ਨਹੀਂ ਹਾਂ। ਜਦੋਂ ਇਹ ਅਵਸਥਾ ਸਤ ਸੰਗਤ ਜੀ ਹੁੰਦੀ ਹੈ ਆਪਣੇ ਆਪ ਦੀ ਹਉਮੈ ਦੀ, ਭਗਤ ਸਾਹਿਬ ਜੀ ਦਾ ਇੱਕ ਸ਼ਬਦ ਹੈ, ਕਹਿਣ ਲੱਗੇ ਕਿ ਹਮੇਸ਼ਾ ਜੀਵ ਦੇ ਅੰਦਰ ਇਹ ਭਾਵਨਾ ਬਣੀ ਰਹਿੰਦੀ ਕਿ ਮੈਂ ਬਹੁਤ ਵੱਡਾ ਸੂਰਮਾ ਹਾਂ, ਮੈਂ ਬਹੁਤ ਵੱਡਾ ਗਿਆਨੀ ਹਾਂ, ਮੈਨੂੰ ਗਿਆਨ ਬਹੁਤ ਜ਼ਿਆਦਾ ਹੈ, ਮੇਰੇ ਕੋਲ ਗੁਣ ਬਹੁਤ ਜ਼ਿਆਦੇ ਹਨ। ਤਾਂ ਇਹ ਅਵਸਥਾ ਦੇ ਵਿੱਚ ਕਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੰਨਾ ਚਿਰ ਕੋਈ ਮਰਜ਼ੀ ਖੱਪ ਲਵੇ, ਜਿੰਨਾ ਮਰਜ਼ੀ ਕੋਈ ਯਤਨ ਕਰਦਾ ਰਹੇ। ਜਦੋਂ ਆਪਣਾ ਆਪ ਸਾਧ ਸੰਗ ਜੀ ਤਿਆਗ ਕਰਕੇ ਮੇਟ ਕਰਕੇ ਆਪਣੀ ਹਸਤੀ ਨੂੰ ਪਰਮਾਤਮਾ ਦੇ ਅੱਗੇ ਝੁਕ ਜਾਵੇਗਾ, ਉਦੋਂ ਹੀ ਸਾਰੀ ਪ੍ਰਾਪਤੀ ਹੁੰਦੀ ਹੈ। ਅਸੀਂ ਗੁਰੂ ਅੱਗੇ ਸਾਧ ਸੰਗਤ ਜੀ ਝੁਕਦੇ ਕਿਉਂ ਹਾਂ, ਸਤਿਗੁਰੂ ਨੂੰ ਮੱਥਾ ਟੇਕਦੇ ਕਿਉਂ ਹੈ? ਇਸੇ ਵਾਸਤੇ ਟੇਕੀ ਦਾ ਮਹਾਰਾਜ ਸਾਹਿਬ ਜੀ ਜਿਹੜਾ ਇਹ ਤਨ ਮਨ ਧਨ ਹੈ ਨਾ, ਇਹ ਸਾਰਾ ਕੁਝ ਆਪ ਜੀ ਦਾ ਹੀ ਹੈ, ਸਾਡਾ ਤੇ ਕੁਛ ਵੀ ਨਹੀਂ ਹੈ। ਪਰ ਅਸੀਂ ਆਪਣਤ ਛੱਡਦੇ ਨਹੀਂ ਹਾਂ, ਮੱਥਾ ਟੇਕਦੇ ਜ਼ਰੂਰ ਹਾਂ, ਪਰ ਆਪਣਾ ਆਪ ਕਦੀ ਤਿਆਗਿਆ ਨਹੀਂ ਹੈ। ਗੁਰੂ ਸਾਹਿਬ ਜੀ ਦੀ ਪਰਿਕਰਮਾ ਕਿਉਂ ਕਰਦੇ ਮਹਾਰਾਜ ਸਾਹਿਬ ਜੀ? ਅਸੀਂ ਆਪਣਾ ਬਲ ਹਾਰ ਚੁੱਕੇ ਹਾਂ, ਆਪਣੀ ਤਾਕਤ ਅਸੀਂ ਤੇਰੇ ਤੋਂ ਮਹਾਰਾਜ ਸਾਹਿਬ ਜੀ ਕੁਰਬਾਨ ਕਰ ਦਈਏ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਦੀਪ ਤੇ ਗਏ, ਉਸ ਦੀਪ ਦੇ ਉੱਪਰ ਸਾਧ ਸੰਗਤ ਜੀ ਜਿਹੜਾ ਰਾਜ ਹੈ, ਰਾਜਾ ਸੁਦਰਸੈਨ ਨਾਮ ਦਾ ਰਾਜਾ ਹੋਇਆ, ਉਸ ਦਾ ਰਾਜ ਉੱਥੇ ਚੱਲਦਾ। ਇਸ ਧਰਤੀ ਤੇ ਗਰੀਬਨਵਾਜ ਕਿਉਂ ਗਏ? ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਕੌਤਕ। ਮਹਾਰਾਜ ਨੇ ਕਿਸ ਨੂੰ ਨਿਹਾਲ ਕਰਨਾ, ਕਿਹਦੇ ਉੱਪਰ ਕਿਰਪਾ ਕਰਨੀ, ਇਹ ਤਾਂ ਮਹਾਰਾਜ ਹਿਰਦਿਆਂ ਦੀ ਜਾਣਦੇ ਹਨ। ਇਸ ਦੀਪ ਦੇ ਵਿੱਚ ਦੋ ਵਿਅਕਤੀ ਰਹਿੰਦੇ ਹਨ ਜਿਹੜੇ ਬੜੇ ਸ਼ਰਧਾਲੂ ਨੇ, ਭਗਤੀ ਕਰਨ ਵਾਲੇ। ਉਹਨਾਂ ਦਾ ਨਾਮ ਹੈ ਇੰਦਰਸੈਨ ਤੇ ਭਾਈ ਝੰਡਾ। ਭਾਈ ਝੰਡਾ ਬਹੁਤ ਜ਼ਿਆਦਾ ਸਤ ਸੰਗਤ ਜੀ ਸ਼ਰਧਾਲੂ ਹੋਇਆ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਭਾਈ ਝੰਡਾ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਨ ਵਾਲੀ ਰੂਹ ਹੈ। ਭਾਈ ਮਰਦਾਨਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਕਿੱਥੇ ਲੈ ਹੋ? ਇੱਥੇ ਤੇ ਆਪਾਂ ਨੂੰ ਕੋਈ ਜਾਣਦਾ ਵੀ ਨਹੀਂ, ਆਪਣੀ ਕੋਈ ਜਾਣ ਪਛਾਣ ਨਹੀਂ ਹੈ। ਮਹਾਰਾਜ ਕਹਿੰਦੇ ਜਾ ਨਗਰ ਵਿੱਚ ਜਾ, ਸਾਰੇ ਜਾਣਦੇ ਹਨ, ਤੈਨੂੰ ਆਪਣੇ ਆਪ ਹੀ ਸਭ ਪਤਾ ਲੱਗ ਜਾਏਗਾ। ਜਾਂ ਭਾਈ ਝੰਡੇ ਨੂੰ ਸੱਦ ਕੇ ਲਿਆ ਤੂੰ। ਠੀਕ ਹੈ ਮਹਾਰਾਜ ਸਾਹਿਬ ਜੀ, ਮੈਂ ਜਾਂਦਾ ਹਾਂ। ਜਦੋਂ ਨਗਰ ਵਿੱਚ ਗਏ, ਸਤ ਸੰਗਤ ਜੀ ਪੁੱਛਿਆ, ਇੱਕ ਵਿਅਕਤੀ ਮਿਲਿਆ ਇੱਕ ਸੜਕ ਤੇ ਗਲੀ ਦੇ ਵਿੱਚ ਆਉਂਦਾ ਹੋਇਆ, ਵੀ ਭਾਈ ਝੰਡਾ ਕੌਣ ਹੈ? ਉਹ ਕਹਿੰਦਾ, ਆ ਜਾ, ਉਹ ਮੇਰਾ ਸੰਗੀ ਸਾਥੀ ਹੈ, ਮੈਂ ਉਹਦਾ ਸਾਥੀ ਇੰਦਰਸੈਨ ਹਾਂ ਤੇ ਮੈਂ ਰਾਜੇ ਸੁਦਰਸੈਨ ਦਾ ਭਾਣਜਾ ਹਾਂ। ਉਹਦੇ ਘਰ ਵਿੱਚ ਗਏ, ਜਾ ਕੇ ਵੇਖਿਆ ਉਹ ਘਰ ਵਿੱਚ ਨਹੀਂ ਹੈ, ਬਾਹਰ ਜੰਗਲ ਦੇ ਵਿੱਚ ਇਕਾਂਤ ਜਗ੍ਹਾ ਤੇ ਬੈਠਾ ਹੋਇਆ ਪ੍ਰਭੂ ਭਗਤੀ ਵਿੱਚ ਲੀਨ ਹੈ। ਜਾ ਕੇ ਦੱਸਿਆ, ਤੈਨੂੰ ਸਤਿਗੁਰੂ ਮਿਲਣ ਵਾਸਤੇ ਆਏ ਨੇ, ਉਹ ਸਾਧੂ ਰੂਪ ਹੋ ਕਰਕੇ ਆਏ ਨੇ, ਆਪ ਹੀ ਤੇਰਾ ਨਾਮ ਪੁੱਛਿਆ ਹੈ, ਆ ਉਹਨਾਂ ਨੂੰ ਮਿਲੀਏ ਜਾ ਕਰਕੇ। ਕਹਿਣ ਲੱਗਾ, ਮੈਂ ਆਉਂਦਾ ਹਾਂ, ਛੇਤੀ ਨਾਲ ਜਾ, ਤੂੰ ਉਹਨਾਂ ਵਾਸਤੇ ਕੋਈ ਭੇਟਾ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰ ਜਾ। ਇੰਦਰਸੈਨ ਜਿਹੜਾ ਹੈ ਉਹ ਚੱਲ ਕਰਕੇ ਆਇਆ ਔਰ ਸਤਿਗੁਰੂ ਸਾਹਿਬ ਜੀ ਵਾਸਤੇ ਪ੍ਰਸ਼ਾਦਾ ਲੈ ਕੇ ਆਇਆ। ਮਹਾਰਾਜ ਕਹਿੰਦੇ, ਇੱਥੇ ਤੂੰ ਆ ਭਾਈ ਮਰਦਾਨੇ ਨੂੰ ਛਕਾ ਦੇ, ਬਾਕੀ 4 ਹਿੱਸਿਆਂ ਦੇ ਵਿੱਚ ਵੰਡ ਲਾ, ਭਾਈ ਬਾਲੇ ਵਾਸਤੇ, ਸਾਡੇ ਵਾਸਤੇ ਔਰ ਤੁਹਾਡਾ ਦੋਨਾਂ ਜਾਣਿਆਂ ਦਾ। ਜਦੋਂ ਉਹ ਆਵੇਗਾ ਫੇਰ ਹੀ ਛਕਾਂਗੇ। ਸੱਦ ਕੇ ਲਿਆਂਦਾ, ਸਤਿਗੁਰੂ ਦੇ ਹਜ਼ੂਰ ਆਇਆ ਔਰ ਗਰੀਬ ਨਿਵਾਜ ਸਾਹਿਬ ਜੀ ਨੇ ਸਵਾਲ ਕੀਤਾ ਹੈ।
ਇਹ ਭੇਟਾ ਤੁਸੀਂ ਮੈਨੂੰ ਕਿਉਂ ਦਿੱਤੀ? ਕਹਿਣ ਲੱਗੇ ਮਹਾਰਾਜ ਅਸੀਂ ਆਪ ਜੀ ਨੂੰ ਤਾਂ ਦਿੱਤੀ, ਤੁਸੀਂ ਪ੍ਰਮਾਤਮਾ ਦੇ ਭਗਤ ਹੋ, ਸੰਤ ਸਰੂਪ ਹੋ, ਵੀ ਸੰਤਾਂ ਨੂੰ ਭੇਟਾ ਦਿੱਤੀ ਹੈ ਕਿ ਉਹ ਭੁੱਖੇ ਹੋਵਣਗੇ, ਉਹਨਾਂ ਨੂੰ ਕੁਛ ਨਾ ਕੁਝ ਜ਼ਰੂਰ ਦਈਏ। ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਜਾਣਦੇ ਹੋ? ਕਹਿਣ ਲੱਗੇ ਮਹਾਰਾਜ ਜਾਣਦੇ ਤਾਂ ਨਹੀਂ ਹਾਂ, ਪਰ ਉਹਦੀ ਅਸੀਂ ਭਗਤੀ ਕਰਦੇ ਕਿ ਉਹ ਸਾਨੂੰ ਪਿਆਰਾ ਪਰਮੇਸ਼ਰ ਮਿਲ ਜਾਵੇ। ਮਹਾਰਾਜ ਕਹਿੰਦੇ ਮਿਲੇਗਾ ਕਿਵੇਂ? ਕਹਿਣ ਲੱਗੇ ਮਿਲਣ ਵਾਸਤੇ ਅਸੀਂ ਯਤਨ ਤਾਂ ਬਹੁਤ ਕੀਤੇ ਮਹਾਰਾਜ ਸਾਹਿਬ ਜੀ, ਪਰ ਮਿਲਿਆ ਨਹੀਂ ਅਜੇ ਤੱਕ। ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਮਿਲ ਪਵੇਗਾ, ਤੁਸੀਂ ਮੈਨੂੰ ਆਪਣਾ ਮਨ ਤਨ ਧਨ ਸਭ ਕੁਝ ਅਰਪਣ ਕਰ ਦਿਓ। ਠੀਕ ਹੈ ਮਹਾਰਾਜ ਸਾਹਿਬ ਜੀ, ਅਸੀਂ ਆਪਣਾ ਆਪ ਸਭ ਕੁਝ ਆਪ ਜੀ ਨੂੰ ਦੇ ਦਿੱਤਾ ਹੈ। ਗਰੀਬ ਨਿਵਾਜ ਸਾਹਿਬ ਜੀ ਕਹਿੰਦੇ ਠੀਕ ਹੈ ਦੇ ਦਿੱਤਾ ਹੈ, ਬੈਠ ਜਾਓ। ਜਦੋਂ ਬੈਠੇ ਮਨ ਦੇ ਵਿੱਚ ਸਾਧ ਸੰਗਤ ਜੀ ਫੁਰਨੇ ਚੱਲਣ ਲੱਗ ਪਏ। ਫੁਰਨੇ ਕੀ ਚੱਲਦੇ ਨੇ? ਅਸੀਂ ਆਪਣਾ ਆਪ ਗੁਰੂ ਨੂੰ ਸਭ ਕੁਝ ਅਰਪਣ ਕਰ ਦਿੱਤਾ ਹੈ। ਮਹਾਰਾਜ ਜਾਣੀ ਜਾਣ ਸਤਿਗੁਰੂ ਕਹਿੰਦੇ ਜਦੋਂ ਤੁਸੀਂ ਮੈਨੂੰ ਆਪਣਾ ਆਪ ਅਰਪਣ ਹੀ ਕਰ ਦਿੱਤਾ ਹੈ ਤੇ ਫਿਰ ਫੁਰਨੇ ਕਾਹਦੇ ਕਰਦੇ ਹੋ? ਸੰਕਲਪ ਵਿਕਲਪ ਕਰਨਾ ਮਨ ਦਾ ਧਰਮ ਹੈ। ਇਹ ਮੈਨੂੰ ਦੇ ਦਿੱਤਾ, ਜਦੋਂ ਤਨ ਮਨ ਧਨ ਹੀ ਕਹਿ ਦਿੱਤਾ, ਫਿਰ ਮਨ ਕਿਵੇਂ ਤੁਹਾਡੇ ਕੋਲ ਬਾਕੀ ਰਹਿ ਗਿਆ? ਸਤਿਗੁਰੂ ਇਹ ਵੀ ਆਪ ਜੀ ਨੂੰ ਦੇ ਦਿੱਤਾ ਹੈ। ਜਦੋਂ ਇਹ ਸਭ ਕੁਝ ਵੀ ਦੇ ਦਿੱਤਾ, ਫਿਰ ਮਨ ਦੇ ਵਿੱਚ ਨਿਸ਼ਚਾ ਕਰਨ ਲੱਗ ਪਏ ਸਾਧ ਸੰਗਤ ਜੀ। ਫੁਰਨਿਆਂ ਤੋਂ ਬਾਅਦ ਇੱਕ ਅਵਸਥਾ ਬਣਦੀ, ਉਹਨੂੰ ਕਹਿੰਦੇ ਆ ਬੁੱਧੀ ਦਾ ਧਰਮ। ਸੋਚੀ ਜਾਣਾ, ਨਿਸ਼ਚਾ ਕਰਨ ਲੱਗ ਪਏ। ਮਹਾਰਾਜ ਕਹਿੰਦੇ ਇਹ ਵੀ ਦੇ ਦਿੱਤਾ ਹੈ, ਜਦੋਂ ਮਨ ਹੀ ਦੇ ਦਿੱਤਾ ਤੇ ਬੁੱਧੀ ਪਿੱਛੇ ਰਹਿ ਗਈ ਹੈ, ਇਹ ਵੀ ਸਾਨੂੰ ਦੇ ਦਿਓ। ਜਦੋਂ ਐਸੀ ਬਖਸ਼ਿਸ਼ ਕੀਤੀ ਮਹਾਰਾਜ ਸਾਹਿਬ ਜੀ ਨੇ, ਸਾਧ ਸੰਗਤ ਜੀ ਭੋਜਨ ਛਕਿਆ ਔਰ ਆਪਣੇ ਭੋਜਨ ਪ੍ਰਸ਼ਾਦ ਵਿੱਚੋਂ ਭਾਈ ਝੰਡੇ ਨੂੰ ਸਾਧ ਸੰਗਤ ਜੀ ਆਪਣੀ ਬਰਕਤ ਦਿੱਤੀ ਔਰ ਉੱਥੇ ਹੀ ਸਾਧ ਸੰਗਤ ਜੀ ਸਮਾਧੀ ਲੀਨ ਹੋ ਗਿਆ ਗੁਰਸਿੱਖ। ਔਰ ਐਸੀ ਬਖਸ਼ਿਸ਼ ਹੋਈ ਜਦੋਂ ਸਭ ਕੁਝ ਅਰਪਣ ਹੀ ਸਤਿਗੁਰੂ ਨੂੰ ਕਰ ਦਿੱਤਾ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਸਭ ਕੁਝ ਅਰਪਣ ਕਰਨ ਦੇ ਨਾਲ ਉਹ ਗੁਰੂ ਸਰੂਪ ਹੀ ਹੋ ਗਿਆ। ਮਹਾਰਾਜ ਸਾਹਿਬ ਜੀ ਨੇ ਨਵਾਜਿਆ ਔਰ ਭਾਈ ਝੰਡੇ ਨੂੰ ਪ੍ਰਚਾਰ ਕਰਨ ਦੀ ਬਖਸ਼ਿਸ਼ ਕਰ ਦਿੱਤੀ। ਮਹਾਰਾਜ ਨੇ ਆਪਣੀ ਪ੍ਰਚਾਰ ਦੀ ਚੌਂਕੀ ਬਖਸ਼ਿਸ਼ ਕੀਤੀ। ਹੁਣ ਤੂੰ ਹੋਰਾਂ ਗੁਰਸਿੱਖਾਂ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰੇਗਾ, ਗੁਰਮਤਿ ਦਾ। ਔਰ ਆਪਣੇ ਗਲੇ ਮਿਲਾ ਲਿਆ ਮਹਾਰਾਜ ਸਾਹਿਬ ਜੀ ਨੇ। ਇਹ ਸਾਧ ਸੰਗਤ ਜੀ ਸਾਡੀ ਅਵਸਥਾ ਹੈ, ਅਸੀਂ ਬਾਹਰੀ ਤੌਰ 'ਤੇ ਤਾਂ ਗੁਰੂ ਵਾਲੇ ਬਣ ਜਾਂਦੇ ਹਾਂ, ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ। ਸੱਚੇ ਪਾਤਸ਼ਾਹ ਅਸੀਂ ਸਭ ਕੁਝ ਅਰਪਣ ਕਰ ਦਿੱਤਾ ਹੈ ਆਪ ਜੀ ਨੂੰ, ਪਰ ਸਾਡੇ ਫੁਰਨੇ, ਸਾਡੇ ਮਨ ਦੇ ਵੇਗ, ਆਪਣੇ ਸਰੀਰ ਦਾ ਹੰਕਾਰ, ਆਪਣੀ ਪਦਵੀ ਦਾ ਹੰਕਾਰ, ਇਹ ਅਸੀਂ ਤਿਆਗਦੇ ਨਹੀਂ ਹਾਂ। ਜਦੋਂ ਇਹ ਤਿਆਗ ਦੇਵਾਂਗੇ ਉਦੋਂ ਹੀ ਸਤ ਸੰਗਤ ਜੀ ਕਿਰਪਾ ਸਤਿਗੁਰੂ ਦੀ ਵਰਤਦੀ ਹੈ। ਇਹ ਬਖਸ਼ਿਸ਼ ਭਗਤ ਸਾਹਿਬਾਨਾਂ 'ਤੇ ਹੀ ਹੋਈ ਹੈ, ਜਿਨ੍ਹਾਂ ਨੇ ਆਪਣਾ ਆਪ ਸਾਰਾ ਕੁਝ ਸਤ ਸੰਗਤ ਜੀ ਤਿਆਗ ਦਿੱਤਾ ਹੈ। ਔਰ ਇਸ ਤਿਆਗ ਕਰਨ ਨੂੰ ਕਈ ਜਨਮ ਸਤ ਸੰਗਤ ਜੀ ਜੀਵ ਦੇ ਲੱਗ ਜਾਂਦੇ। ਪੁਰਾਣੇ ਸਮਿਆਂ ਦੇ ਵਿੱਚ ਜੋਗੀ ਲੋਕ, ਸਿੱਧ ਲੋਕ, ਸੰਨਿਆਸੀ ਲੋਕ ਘਰ-ਬਾਰ ਛੱਡ ਦਿੰਦੇ, ਅਸੀਂ ਤਿਆਗ ਕਰ ਦਿੱਤਾ ਹੈ। ਪਰ ਤਿਆਗ ਕਾਹਦਾ ਕੀਤਾ? ਜਦੋਂ ਤਿਆਗ ਕਰ ਦਿੱਤਾ ਉਦੋਂ ਹੰਕਾਰ ਚੁੱਕ ਲਿਆ ਕਿ ਅਸੀਂ ਬਹੁਤ ਵੱਡੇ ਤਿਆਗੀ ਹੋ ਗਏ। ਪਹਿਲਾਂ ਪਦਾਰਥਾਂ ਦਾ ਹੰਕਾਰ, ਪਦਾਰਥ ਤਿਆਗਣ ਤੋਂ ਬਾਅਦ ਉਹਨਾਂ ਦਾ ਤਿਆਗ ਕਰਨ ਦਾ ਹੰਕਾਰ ਹੋ ਗਿਆ। ਤਿਆਗ ਕਰਨ ਦਾ ਵੀ ਹੰਕਾਰ ਮਨ ਦੇ ਵਿੱਚ ਨਾ ਹੋਵੇ। ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਨ ਦਾ ਹੰਕਾਰ ਨਾ ਮਨ ਵਿੱਚ ਹੋਵੇ। ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਹਾਂ, ਸੇਵਾ ਕਰਨ ਦਾ ਕੋਈ ਮਨ ਦੇ ਵਿੱਚ ਹੰਕਾਰ ਪੈਦਾ ਨਾ ਹੋਵੇ। ਮਹਾਰਾਜ ਜੇ ਤੁਸੀਂ ਸਾਡੇ ਕੋਲੋਂ ਬਾਣੀ ਪੜ੍ਹਾ ਰਹੇ ਹੋ ਤੇ ਆਪ ਜੀ ਦੀ ਕਿਰਪਾ ਹੈ, ਤੋ ਪ੍ਰਸਾਦ ਹੈ, ਸਾਡਾ ਕੋਈ ਇਹਦੇ ਵਿੱਚ ਜ਼ੋਰ ਨਹੀਂ ਹੈ। ਜੇ ਸੱਚੇ ਪਾਤਸ਼ਾਹ ਜੀ ਆਪ ਜੀ ਸੇਵਾ ਕਰਵਾਉਂਦੇ ਹੋ ਤਾਂ ਆਪ ਜੀ ਦੀ ਕਿਰਪਾ ਨਾਲ ਹੀ ਸੇਵਾ ਅਸੀਂ ਕਰ ਰਹੇ ਹਾਂ। ਸਾਡੀ ਕੀ ਤਾਕਤ ਅਸੀਂ ਆਪ ਜੀ ਦੀ ਪੂਰੇ ਸਤਿਗੁਰੂ ਦੀ ਸੇਵਾ ਕਰ ਸਕੀਏ। ਸਤ ਸੰਗ ਜੀ ਅਕਸਰ ਹੀ ਜਦੋਂ ਕੋਈ ਸਮਾਂ ਸਾਨੂੰ ਧਰਮ ਕਰਮ ਕਰਦਿਆਂ ਨੂੰ ਹੋ ਜਾਂਦਾ ਹੈ, ਸੇਵਾ ਕਰਦਿਆਂ ਨੂੰ ਹੋ ਜਾਂਦਾ, ਅਸੀਂ ਖਿਝਣਾ ਸ਼ੁਰੂ ਕਰ ਦਿੰਦੇ ਹਾਂ। ਉਹ ਖਿਝ ਕਾਹਦਾ ਕਰਕੇ ਚੜ੍ਹਦੀ ਹੈ? ਭਗਤੀ ਭਾਵ ਅੰਦਰ ਹੁੰਦਾ ਨਹੀਂ, ਆਪਣੇ ਆਪ ਦੇ ਵਿੱਚ ਹੀ ਹੰਕਾਰ ਆਉਣਾ ਸ਼ੁਰੂ ਹੋ ਜਾਂਦਾ। ਸਾਡੇ ਵਰਗਾ ਤੇ ਸੇਵਾਦਾਰ ਹੀ ਕੋਈ ਨਹੀਂ ਹੈ, ਸਾਡੇ ਵਰਗਾ ਕੋਈ ਸੇਵਾ ਕਰਨ ਵਾਲਾ ਹੀ ਨਹੀਂ ਪੈਦਾ ਹੋਇਆ। ਮਹਾਰਾਜ ਕਹਿੰਦੇ ਜਿਹਨੇ ਆਪਣਤ ਛੱਡ ਦਿੱਤੀ ਨਾ ਹਰ ਪਾਸਿਓਂ ਹੀ,
ਉਹਨੂੰ ਹੀ ਸਾਧ ਸੰਗਤ ਜੀ ਇਹ ਬਖਸ਼ਿਸ਼ ਦਾਤ ਪ੍ਰਾਪਤ ਹੁੰਦੀ ਹੈ। ਇੱਕ ਫਕੀਰ ਸਾਧ ਸੰਗਤ ਜੀ ਹਮੇਸ਼ਾ ਉੱਚੇ ਪਹਾੜ 'ਤੇ ਚੜ੍ਹ ਕਰਕੇ ਬੰਦਗੀ ਕਰਿਆ ਕਰੇ, ਖੁਦਾ ਦੀ ਬੰਦਗੀ ਕਰਦਾ ਰਹਿੰਦਾ, ਪਰ ਮਨ ਦੇ ਵਿੱਚ ਇਹ ਖਿਆਲ ਆਉਂਦਾ ਕਿ ਮੈਂ ਬਹੁਤ ਜ਼ਿਆਦਾ ਬੰਦਗੀ ਵਾਲਾ ਹੋ ਗਿਆ, ਮੇਰੇ ਵਰਗਾ ਤੇ ਕੋਈ ਹੋਰ ਭਗਤ ਹੀ ਨਹੀਂ ਹੈਗਾ ਅਜੇ ਤੱਕ। ਤੇ ਹਮੇਸ਼ਾ ਮਨ ਵਿੱਚ ਹੰਕਾਰ ਕਰਨਾ, ਹੈ ਪਰਮਾਤਮਾ ਤੇਰਾ ਨਿਆਂ ਬੜਾ ਵੱਡਾ ਹੈ, ਤੇਰਾ ਪੂਰਾ ਨਿਆਂ ਹੈ। ਤੇ ਇਹ ਗੱਲ ਯਥਾਰਥ ਵੀ ਹੈ ਕਿ ਪਰਮੇਸ਼ਰ ਵਰਗਾ ਨਿਆਂ ਸਤ ਸੰਗਤ ਜੀ ਹੋਰ ਕੋਈ ਨਹੀਂ ਕਰ ਸਕਦਾ। ਪੂਰਾ ਨਿਆਓ ਕਰੇ ਕਰਤਾਰ, ਇਹ ਵਾਹਿਗੁਰੂ ਸਾਹਿਬ ਦੇ ਦਰ ਘਰ ਦੀ ਸਿਫਤ ਹੈ। ਪੂਰਨ ਸਤਿਗੁਰੂ ਪੂਰਾ ਹੀ ਨਿਆਂ ਕਰਦਾ, ਕਿਸੇ ਨਾਲ ਵਾਧ ਘਾਟ ਨਹੀਂ ਹੋਣ ਦਿੰਦਾ। ਪਰ ਇਹ ਗੱਲ ਕਹਿਣੀ ਕਿ ਨਿਆਂ ਕਰੀ, ਹੰਕਾਰ ਸੀ ਨਾ ਮਨ ਦੇ ਵਿੱਚ, ਜਬ ਹਮ ਹੋਤੇ ਤਬ ਤੂੰ ਨਾਹੀਂ। ਹੰਕਾਰ ਕੀ ਪਾਲ ਕੇ ਬੈਠ ਗਿਆ, ਮੇਰੀ ਭਗਤੀ ਦਾ ਫਲ ਮੈਨੂੰ ਮਿਲੇ, ਮੈਂ ਤੇ ਬਹੁਤ ਭਗਤੀ ਕੀਤੀ ਹੈ। ਪਰ ਉਸ ਨੂੰ ਬੈਠਾ ਹੋਇਆ ਵੇਖ ਕਰਕੇ, ਉਹਦੀ ਤਪ ਤਪੱਸਿਆ ਨੂੰ ਵੇਖ ਕਰਕੇ, ਇੱਕ ਬੱਕਰੀਆਂ ਭੇਡਾਂ ਚਾਰਨ ਵਾਲਾ ਆਜੜੀ ਵੀ ਕੋਲ ਉਹਦੇ ਰਹਿੰਦਾ, ਉਹ ਵੀ ਨਾਮ ਜਪਣ ਲੱਗ ਪਿਆ। ਜਪਦਾ ਕਿਵੇਂ, ਉਹ ਭੇਡਾਂ ਚਾਰਦਾ ਹੀ ਜਪੀ ਜਾਵੇ। ਉਹਦੇ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਸੀ ਕਿ ਉਹ ਬੈਠ ਕੇ ਉਸ ਫਕੀਰ ਵਾਂਗ ਨਾਮ ਜਪ ਸਕੇ, ਭਗਤੀ ਕਰ ਸਕੇ। ਪਰ ਦੋਨਾਂ ਦੀ ਅਰਦਾਸ ਵਿੱਚ ਇੱਕ ਅੰਤਰ ਬਹੁਤ ਵੱਡਾ ਹੈ। ਉਹਦੀ ਅਰਦਾਸ ਇਹ, ਉਹ ਕਹਿੰਦਾ ਪਰਮਾਤਮਾ ਤੂੰ ਕਿਰਪਾਲੂ ਹੈ, ਕਿਰਪਾ ਹੀ ਕਰੀ ਮੇਰੇ ਤੇ। ਦੋ ਸਾਧ ਸੰਗਤ ਜੀ ਲਫ਼ਜ਼ ਨੇ, ਦੋ ਸ਼ਬਦ ਨੇ, ਇੱਕ ਹੈ ਅਦਲ ਤੇ ਇੱਕ ਫਜ਼ਲ। ਅਦਲ ਦਾ ਭਾਵ ਹੁੰਦਾ ਹੈ ਨਿਆਂ ਕਰਨਾ, ਤੇ ਫਜ਼ਲ ਕਿਰਪਾ ਕਰਨੀ। ਫਕੀਰ ਨੇ ਕਹਿਣਾ ਅਦਲ ਕਰੀ ਪ੍ਰਮਾਤਮਾ, ਤੇ ਭੇਡਾਂ ਚਾਰਨ ਵਾਲੇ ਨੇ ਕਹਿਣਾ ਫਜ਼ਲ ਕਰਿਓ, ਭਾਵ ਕਿਰਪਾ ਕਰ ਦਿਓ ਮੇਰੇ ਤੇ, ਮੇਰੇ ਕਰਮਾਂ ਨੂੰ ਨਾ ਦੇਖਿਓ। ਕਹਿੰਦੇ ਪ੍ਰਮਾਤਮਾ ਦੀ ਦੇਵ ਨੇਤ ਜਦੋਂ ਦੋਨਾਂ ਦੇ ਸਰੀਰ ਛੁੱਟੇ, ਫਕੀਰ ਨੂੰ ਗੁਮਾਨ ਸੀ ਮਨ ਵਿੱਚ ਆਪਣੇ ਆਪ ਦਾ ਕਿ ਮੈਂ ਬੜੀ ਭਗਤੀ ਕੀਤੀ ਹੈ, ਪਰ ਜਿਸ ਸਿਲਾ ਤੇ ਬੈਠਦਾ ਸੀ ਉਹ, ਕਿਉਂਕਿ ਪੱਥਰ ਵੀ ਜੂਨੀ ਵਿੱਚ ਹੀ ਹੈ ਨਾ ਸਾਧ ਸੰਗਤ ਜੀ, ਤੇ ਪੱਥਰ ਦੀ ਸਿਲਾ ਕਹਿੰਦੀ ਪਹਿਲਾਂ ਪ੍ਰਮਾਤਮਾ ਮੇਰਾ ਨਿਆਂ ਕਰ ਦੇ, ਇਹ ਮੇਰੇ ਤੇ ਬੈਠ ਕਰਕੇ ਭਗਤੀ ਕਰਦਾ ਰਿਹਾ, ਹੁਣ ਓਨਾ ਸਮਾਂ ਮੈਂ ਇਹਦੇ ਉੱਪਰ ਬੈਠਾਂਗੀ, ਇਹਨੂੰ ਸਿਲਾ ਬਣਾਓ। ਆਜੜੀ ਨੂੰ ਪੁੱਛਿਆ ਤੇਰੀ ਕੀ ਮੰਗ, ਕਹਿਣ ਲੱਗਾ ਮਹਾਰਾਜ ਮੇਰੀ ਕੋਈ ਮੰਗ ਨਹੀਂ ਹੈ, ਤੁਸੀਂ ਤਰਸ ਕਰਕੇ ਮੈਨੂੰ ਆਪਣੇ ਨਾਲ ਮੇਲ ਲਵੋ। ਪਰਮਾਤਮਾ ਨੇ ਆਖਿਆ ਜਿਹੜੇ ਤਰਸ ਦੀ ਜਦੋਂ ਗੱਲ ਆਉਂਦੀ ਹੈ, ਕਿਰਪਾ ਦੀ ਗੱਲ ਆਉਂਦੀ, ਫਿਰ ਸਾਰੇ ਜਿਹੜੇ ਲੇਖੇ ਹਿਸਾਬ ਕਿਤਾਬ ਮੁੱਕ ਜਾਂਦੇ ਹਨ। ਜਬ ਹਮ ਹੋਤੇ ਤਬ ਤੂੰ ਨਾਹੀਂ। ਜਿੰਨਾ ਚਿਰ ਸਾਧ ਸੰਗਤ ਜੀ ਹਮ ਹੈ ਨਾ, ਭਾਵ ਹਮ ਦਾ ਭਾਵ ਹੰਕਾਰ, ਹਉਮੈ ਕਿਸੇ ਤਰ੍ਹਾਂ ਦੀ ਵੀ ਹੋਵੇ, ਆਪਣੇ ਗੁਣ ਦੀ, ਰੂਪ ਦੀ, ਆਪਣੇ ਸੇਵਾ ਸਿਮਰਨ ਦਾ ਹੰਕਾਰ ਵੀ ਹੋਵੇ, ਉਹਨਾਂ ਚਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਜਦੋਂ ਇਹ ਕਹਿਣਾ ਕਿ ਪ੍ਰਮਾਤਮਾ ਸਭ ਕੁਝ ਤੇਰਾ ਹੀ ਹੈ, ਸਾਡਾ ਕੁਛ ਨਹੀਂ ਹੈ, ਉਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਵਰਤ ਜਾਂਦੀ ਹੈ। ਮਹਾਰਾਜ ਅਬ ਤੂੰ ਹੀ ਮੈਂ ਨਹੀਂ, ਹੁਣ ਤੁਸੀਂ ਹੀ ਹੋ, ਹੁਣ ਮੈਂ ਨਹੀਂ ਰਹਿ ਗਈ, ਭਾਵ ਮੈਂ ਮੇਰੀ ਦੀ ਜਿਹੜੀ ਭਾਵਨਾ ਉਹ ਖਤਮ ਹੋ ਗਈ ਹੈ। ਹੁਣ ਤੁਹਾਡਾ ਨਾਮ ਜਪ ਜਪ ਕਰਕੇ, ਤੁਹਾਡੀ ਕਿਰਪਾ ਨਾਲ ਅਸੀਂ ਤੇਰੇ ਵਿੱਚ ਭੇਦ ਹੋ ਗਏ ਆ। ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ ਨੇ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਜਿਵੇਂ ਅਨਲ ਨਾਮ ਹੈ ਹਵਾ ਦਾ, ਹਵਾ ਬਹੁਤ ਵਗਦੀ ਹੋਵੇ, ਤੇਜ਼ ਹਨੇਰੀ ਚੱਲਦੀ ਹੋਵੇ, ਤੇ ਪਾਣੀ ਦੇ ਵਿੱਚ ਜਿਹੜਾ ਸਮੁੰਦਰ ਹੈ ਨਾ, ਜਿਹੜਾ ਉਹਦੇ ਵਿੱਚ ਸਾਧ ਸੰਗਤ ਜੀ ਲਹਿਰਾਂ ਵੱਡੀਆਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹਵਾ ਦੇ ਕਾਰਨ ਹੀ ਉੱਠਦੀਆਂ ਨੇ ਨਦੀਆਂ ਦੇ ਵਿੱਚ, ਸਮੁੰਦਰਾਂ ਦੇ ਵਿੱਚ। ਜਦੋਂ ਉਹ ਲਹਿਰਾਂ ਉੱਠਦੀਆਂ ਨੇ ਤੇ ਇੰਜ ਪ੍ਰਤੀਤ ਹੁੰਦਾ ਵੀ ਇਹ ਲਹਿਰਾਂ ਸਮੁੰਦਰ ਦੇ ਨਾਲੋਂ ਵੱਖਰੀਆਂ ਨੇ, ਇਹ ਭਿੰਨ ਹਨ। ਪਰ ਉਹ ਸਤ ਸੰਗਤ ਜੀ ਹੈ ਤੇ ਜਾਲੀ ਹੈ ਨਾ। ਇਵੇਂ ਜੀਵ ਜਿਹੜਾ ਹੈ ਤਾਂ ਪ੍ਰਮਾਤਮਾ ਦਾ ਸਰੂਪ ਹੈ, ਪਰ ਮਾਇਆ ਦੇ ਕਰਕੇ ਸਤ ਸੰਗਤ ਜੀ ਇਹ ਭਿੰਨ ਹੋ ਗਿਆ, ਪ੍ਰਮਾਤਮਾ ਨਾਲੋਂ ਵੱਖਰਾ ਹੋ ਗਿਆ ਹੈ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਹੇ ਮਾਧੋ ਵਾਹਿਗੁਰੂ ਸਾਹਿਬ ਜੀ, ਇਹ ਜਿਹੜਾ ਜੀਵ ਨੂੰ ਭਰਮ ਪਿਆ ਹੋਇਆ ਹੈ ਨਾ, ਭਰਮ ਨਾਮ ਭਰਮ ਦਾ ਹੈ ਇੱਥੇ, ਇਹ ਕਿੱਦਾਂ ਦਾ ਹੈ, ਜਿਵੇਂ ਦਾ ਕਹੀਦਾ ਹੈ ਉਵੇਂ ਦਾ ਨਹੀਂ ਹੁੰਦਾ। ਇਹ ਅਸੀਂ ਮੰਨਦੇ ਕੁਝ ਹੋਰ ਆ, ਪਰ ਹੈ ਕੁਝ ਅਵਸਥਾ ਸਾਡੀ ਹੋਰ ਹੈ।
ਜੀਵ ਦੇ ਉੱਪਰ ਸਾਧ ਸੰਗਤ ਜੀ ਅਨੇਕਾਂ ਭਰਮ ਨੇ। ਕਿਹੜਾ ਭਰਮ ਹੈ? ਆਪਣੇ ਆਪ ਨੂੰ ਪ੍ਰਮਾਤਮਾ ਨਾਲੋਂ ਵੱਖਰਾ ਸਮਝਣਾ। ਦੂਜਾ ਕਿਹੜਾ ਭਰਮ ਹੈ? ਦੇਹ ਨੂੰ ਆਤਮਾ ਸਮਝਣਾ ਔਰ ਆਤਮਾ ਨੂੰ ਸਰੀਰ ਸਮਝਣਾ। ਇਹ ਭਰਮ ਪਿਆ ਹੋਇਆ ਹੈ। ਅਸੀਂ ਸਰੀਰ ਨੂੰ ਸੱਚਾ ਜਾਣ ਲੈਂਦੇ ਹਾਂ। ਜਦੋਂ ਸ਼ੀਸ਼ੇ ਵਿੱਚ ਮੂੰਹ ਵੇਖੀਦਾ ਤੇ ਇਹੋ ਹੀ ਨਜ਼ਰ ਆਉਂਦਾ ਵੀ ਆ ਮੈਂ ਤਾਂ ਆ ਜਿਹੜਾ ਬਾਹਰ ਦਿਸ ਰਿਹਾ ਇਹੋ ਹੀ ਹਾਂ। ਪਰ ਕਿੱਡਾ ਵੱਡਾ ਜੀਵ ਦਾ ਭਰਮ ਹੈ, ਭੁਲੇਖਾ ਕਿੱਡਾ ਵੱਡਾ ਹੈ। ਇਹ ਤੇ ਪੰਜਾਂ ਤੱਤਾਂ ਦੀ ਬਣੀ ਹੋਈ ਦੇਹ ਹੈ। ਇਹ ਮੇਰਾ ਸਰੂਪ ਕਿਵੇਂ ਹੋ ਗਿਆ? ਜੇ ਇਹ ਮੇਰਾ ਸਰੂਪ ਹੈ ਤੇ ਫਿਰ ਇਹ ਖਤਮ ਕਿਉਂ ਹੁੰਦਾ ਹੈ? ਪਰ ਗੁਰੂ ਸਾਹਿਬ ਜੀ ਤੇ ਕਹਿ ਰਹੇ ਨੇ ਮਨ ਤੂੰ ਜੋਤ ਸਰੂਪ ਹੈ। ਮਨ ਨੂੰ, ਆਤਮਾ ਨੂੰ ਤੇ ਕਿਹਾ ਤੂੰ ਜੋਤ ਸਰੂਪ ਹੈ। ਸੋ ਆਪਣੇ ਆਪ ਨੂੰ ਮਨ ਸਮਝਣਾ। ਕਈ ਵਾਰੀ ਆਪਣੇ ਆਪ ਨੂੰ ਆਪਾਂ ਮਨ ਸਮਝ ਲੈਂਦੇ ਹਾਂ। ਆਤਮਾ ਸਾਧ ਸੰਗਤ ਜੀ ਮਨ ਤੋਂ ਵੀ ਪਰੇ ਹੈ, ਬੁੱਧੀ ਤੋਂ ਵੀ ਪਰੇ ਹੈ। 5 ਕੋਸ਼ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖੇ ਨੇ। ਉਹ ਕਿਹੜੇ ਨੇ? ਅੰਨਮੈ ਕੋਸ਼, ਮਨਮੈ ਕੋਸ਼, ਬੁੱਧਮੈ ਕੋਸ਼, ਪ੍ਰਾਣਮੈ ਕੋਸ਼, ਵਿਗਿਆਨਮੈ ਕੋਸ਼। ਸਭ ਤੋਂ ਪਹਿਲਾਂ ਅੰਨਮੈ ਕੋਸ਼ ਕੀ ਹੈ? ਆ ਜਿਹੜਾ ਸਰੀਰ ਸਥੂਲ ਜਿਹੜਾ ਸਤ ਸੰਗਤ ਜੀ ਬਣਿਆ ਹੀ ਪਦਾਰਥਾਂ ਤੋਂ ਹੈ, ਅੰਨ ਤੋਂ ਬਣਿਆ ਹੈ, ਪੰਜਾਂ ਤੱਤਾਂ ਤੋਂ ਬਣਿਆ ਹੈ। ਇਹਨੂੰ ਆਪਣਾ ਆਪ ਸਮਝਣਾ ਜੀਵ ਨੇ। ਫਿਰ ਮਨ, ਜਿਹੜਾ ਮਨ ਦੀ ਅਵਸਥਾ ਕੀ ਹੈ? ਸੰਕਲਪ ਤੇ ਵਿਕਲਪ। ਆਪਣੇ ਸਾਰਿਆਂ ਦੇ ਮਨਾਂ ਵਿੱਚ ਹੀ ਸੰਕਲਪ ਵਿਕਲਪ ਦੀ ਬਿਰਤੀ ਉੱਠਦੀ ਹੈ। ਮਾੜਾ ਤੇ ਸ਼ੁਭ ਚੰਗਾ ਸਾਰਾ ਜੋ ਵੀ ਸੋਚਦੇ ਹਾਂ। ਮਨ ਦਾ ਕੰਮ ਕੇਵਲ ਇੰਨਾ ਹੀ ਹੁੰਦਾ ਕਿ ਜਿਹੜਾ ਅਸੀਂ ਮਨ ਦੇ ਵਿੱਚ ਸੋਚੀ ਕੋਈ ਵੀ ਓਨਾ ਹੀ ਕੰਮ। ਉਹ ਮਾੜੀ ਵੀ ਹੋ ਸਕਦੀ ਤੇ ਚੰਗੀ ਵੀ ਹੋ ਸਕਦੀ ਹੈ। ਇਹ ਮਨ ਨੂੰ ਆਪਣਾ ਆਪ ਸਮਝਣਾ ਸਤ ਸੰਗਤ ਜੀ। ਫਿਰ ਉਸ ਤੋਂ ਬਾਅਦ ਬੁੱਧੀ ਦਾ ਆ ਜਾਂਦਾ ਤਲ। ਬੁੱਧੀ ਦੇ ਵਿੱਚ ਜਦੋਂ ਇਹ ਚੀਜ਼ ਚਲੀ ਜਾਂਦੀ ਹੈ, ਬੁੱਧੀ ਵਾਰ-ਵਾਰ ਉਸ ਚੀਜ਼ ਦਾ ਨਿਰਣਾ ਕਰਦੀ ਹੈ, ਉਹ ਵੀ ਨਹੀਂ ਹਮ ਹੈ। ਫਿਰ ਪ੍ਰਾਣਮੈ ਕੋਸ਼ ਆ ਜਾਂਦਾ ਹੈ। ਆਪਣੇ ਆਪ ਨੂੰ ਪ੍ਰਾਣ ਸਮਝਣਾ। ਜਿਹੜੇ ਸਰੀਰ ਵਿੱਚ ਪ੍ਰਮਾਤਮਾ ਨੇ ਪ੍ਰਾਣ ਪਾਏ ਨੇ, ਕੀ ਤੂੰ ਉਹ ਹੈ? ਨਹੀਂ, ਉਹ ਵੀ ਨਹੀਂ ਹਾਂ। ਪ੍ਰਾਣ ਤਾਂ ਜਿਹੜੇ ਨੇ ਜਿੰਨੇ ਪ੍ਰਮਾਤਮਾ ਨੇ ਸਾਹ ਗਿਣ ਕੇ ਪਾ ਦਿੱਤੇ ਉਨੇ ਹੀ ਹਨ। ਮੈਂ ਉਹ ਨਹੀਂ ਹਾਂ। ਪ੍ਰਾਣ ਤਾਂ ਸਰੀਰ ਨੂੰ ਚੱਲਦਾ ਰੱਖਦੇ ਨੇ। ਫਿਰ ਵਿਗਿਆਨਮੈ ਕੋਸ਼ ਹੈ। ਜਿੰਨੀ ਬੁੱਧੀਆਂ ਨੂੰ ਜਾਂ ਖਬਰ ਹੋਣੀ ਔਰ ਪ੍ਰਮਾਤਮਾ ਤੋਂ ਇਲਾਵਾ, ਪਰਮੇਸ਼ਰ ਤੋਂ ਇਲਾਵਾ ਜਿੰਨਾ ਵੀ ਸੰਸਾਰ ਦਾ ਭਾਵ ਹੋਣਾ, ਇਹਨੂੰ ਆਪਣਾ ਆਪ ਸਮਝ ਲੈਣਾ ਕਿ ਸ਼ਾਇਦ ਇਹੀ ਹਾਂ। ਇਸ ਤੋਂ ਵੀ ਉੱਪਰ ਅਵਸਥਾ ਹੈ ਸਾਧ ਸੰਗਤ ਜੀ ਗਿਆਨਮੈ ਕੋਸ਼। ਉਹ ਅਵਸਥਾ ਤੇਰੀ ਹੈ। ਪਰ ਇਹ ਸਾਰੇ ਦੇ ਸਾਰੇ ਭਰਮ ਹਨ। ਇਹਨਾਂ ਵਿੱਚ ਜੀਵ ਭਰਮ ਦੇ ਵਿੱਚ ਭਟਕਦਾ ਰਹਿੰਦਾ ਹੈ। ਜਦੋਂ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਗੁਰ ਪ੍ਰਸਾਦ ਭਰਮ ਕਾ ਨਾਸ਼, ਭਰਮ ਨੂੰ ਨਾਸ਼ ਕਰ ਦਿੰਦੇ ਨੇ। ਆਪਣੇ ਸੇਵਕ ਦੇ, ਸਿੱਖ ਦੇ ਭਰਮ ਨੂੰ ਮਿਟਾ ਦਿੰਦੇ ਨੇ। ਫਿਰ ਬਖਸ਼ਿਸ਼ ਹੁੰਦੀ ਹੈ। ਇਹਦੀ ਫਿਰ ਉਦਾਹਰਣ ਦੇ ਕਰਕੇ ਸਾਧ ਸੰਗਤ ਜੀ ਭਗਤ ਸਾਹਿਬ ਜੀ ਸਮਝਾਉਂਦੇ ਕਿ ਇਹ ਭਰਮ ਹੈ ਕੀ ਸ਼ੈ ਹੈ। ਇਹ ਕਿੱਡਾ ਕੁ ਜੀਵ ਨੂੰ ਭਰਮ ਪਿਆ ਹੋਇਆ ਹੈ। ਰਹਾਉ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਨਰਪਤ ਕਹਿੰਦੇ ਇੱਕ ਰਾਜਾ ਸਿੰਘਾਸਨ ਤੇ ਆਪਣੇ ਤਖਤ ਤੇ ਬਿਰਾਜਮਾਨ ਹੈ, ਸੁੱਤਾ ਹੋਇਆ ਹੈ। ਸੁਪਨੇ ਦੇ ਵਿੱਚ ਕੀ ਅਵਸਥਾ ਬਣ ਗਈ ਹੈ? ਤਾਂ ਉਹ ਰਾਜਾ ਸੁਪਨਾ ਇੱਦਾਂ ਦਾ ਆਇਆ ਕਿ ਉੱਥੇ ਭਿਖਾਰੀ ਬਣਿਆ ਫਿਰਦਾ। ਉਹ ਰਾਜ ਭਾਗ ਹੁੰਦਿਆਂ ਹੋਇਆਂ ਵੀ ਭਿਖਾਰੀ ਬਣ ਗਿਆ। ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਰਾਜ ਭਾਗ ਦੇ ਹੁੰਦਿਆਂ ਹੋਇਆਂ ਭਿਖਾਰੀ ਬਣ ਗਿਆ। ਉਹ ਗਤ ਮਹਾਰਾਜ ਸਾਡੀ ਬਣੀ ਹੋਈ ਹੈ। ਅਸੀਂ ਹੈ ਤਾਂ ਆਤਮ ਸ਼ਹਿਜ਼ਾਦੇ। ਸਾਡਾ ਸਰੂਪ ਵੀ ਪ੍ਰਮਾਤਮਾ ਜੀ ਆਪ ਜੀ ਵਰਗਾ ਹੀ ਹੈ। ਭਾਵ ਉਹਦੇ ਹੀ ਗੁਣ ਸਾਡੇ ਵਿੱਚ ਨੇ। ਪਰ ਆਪਣੇ ਆਪ ਨੂੰ ਦੁਖੀ ਸੁਖੀ ਸਮਝਣਾ, ਕਰਤਾ ਭੋਗਤਾ ਮੰਨਣਾ, ਆਉਣ ਜਾਣ ਵਾਲਾ, ਜੰਮਣ ਮਰਨ ਵਾਲਾ ਸਮਝ ਲੈਣਾ, ਪਰਮਾਤਮਾ ਤੋਂ ਅਲੱਗਾ ਵੱਖਰਾ ਸਮਝਣਾ, ਇਹ ਭਰਮ ਪਿਆ ਹੋਇਆ ਦੇ ਕਰਕੇ ਦੁਖੀ ਹੋ ਰਹੇ ਹਾਂ ਅਸੀਂ। ਜੇ ਉਹ ਆਪਣੇ ਆਪ ਨੂੰ ਪਰਮਾਤਮਾ ਨਾਲ ਅਭੇਦ ਕਰ ਲਈਏ
फिर सारे दुख जिहड़े हन वो मिट जावन। ये पंडित गुलाब सिंह जी होना ने इस सारी घटना का जिक्र किया है। कहंदे एक राजा वड्डे राज भाग का मालक और वड्डा ही उसका महल, और महल विच जिस तख्त ते विराजदा है बहुत वड्डा है। की होया, फुल्लां दी सेजा ते एक दिन विराजमान है, चारे पासे उसके सिपाही ने उहदे पहरेदार बन के खलोते हुए ने। जदों रात हो अपने आसन ते विराजमान है तो सुते पए होए नूं एक सुपना प्रतीत हुंदा है। सुपने विच की देखदा कि बहुत ज़्यादा भिखारी बनया होया गरीबड़ा बन गया है। वो सुपने दे विच ही सुते पए होए नूं एक गिदड़ी जिहड़ी है वो अंगूठे दे उपर दंदी वढ़ दिंदी है। दुख होया, पीड़ा हुई, आवाज़ दिंदा कि मैनू इस दे कोलों खिहड़ा छड़ा दिओ। इत्थे भरम की सत संग जी व्याख्या करन लगा मैं, भरम की है। किसी ने भी उसका साथ ना दिता क्योंकि सुपने दे विच है। आखिर अपने कोल पिया होया डंडा चुक करके उहदे मारदा दौड़ जाती है। की देखदा है कि पैर तो खून ही खून जिहड़ा है वगना शुरू हो गया। फिर हौली दी हौसला करदा अपने पैरी चल करके एक वैद दे कोल जांदा। आपां सारिआं नूं सुपना आउंदा है, सुपने की अवस्था बनती है। रात सुते पए होई पता नहीं किन्ने क दृश्य देख लईदे ने ते किन्नियां घटनावां साडियां घट रहीआं हुंदियां ने। इंज लगदा इहो ही जीवन है साडा। कदी सुपने विच कदे किसी ने आखिया भी मैं ये सुपना वेख रहा हाँ? नहीं साध संग जी, सुपने विच वो कोई विरला ही हुंदा जिहड़ा उठ के बैठ जावे भी मैं तो सुपना देख रहा हाँ। सुपने दे विच हुंदियां होया सब कुछ सच्चा ही प्रतीत हुंदा है। वो पदार्थ जिहड़े विच आ जांदे ने वो भी सारे सच्चे ही लगते हैं। भिखारी उत्थे राजे बन जाते हैं, राजे जिहड़े ने वड्डे वड्डे अमीर वो भिखारी बने पे प्रतीत होंदे ने। तो परिवार के जी पता नहीं कित्थों आ जाते, सारी दुनिया ही बन जाती है नवीं। ये चलदा होया लगाउंदा होया वैद दे कोल जाके पहुंचया। वैद नूं जा करके कहंदा मेरे वास्ते तुसी दवा तैयार करो। पुराने जमाने विच नूं फौहा तैयार कहिंदे सन। फौहा तैयार करना समझ लो, पट्टी तैयार करके दवाइयां विच पा के जड़ी बूटियां मेरे ला दे। वैद हकीम अग्यों कहन लगा कि मेरे कोल दवाई तैयार कोई नहीं पई, एक पैसा दे मैं तेनूं तैयार करके दे देवां। कहंदा मेरे कोल तां पैसा ही कोई नहीं, मैं कित्थों दे देवां तैनूं। सुपने का दृश्य है। कहंदा पैसा नहीं है तो फिर किवें मैं तेनूं दवाई दे देवां। अपने मूँह ही कहंदा सारा संसार जिहड़ा है झूठा है। दुनिया किड्डी लालची है, सारे आपो अपने लालच के कारण एक दूजे नाल जुड़े ने। सच्चा इत्थे किसे नाल किसे दा संबंध नहीं है। ये कहंदा कहंदा होया वापस मुड़ गया। जदों जाग आई राजा की देखदा है मेरे कोल तख्त है, फुल्लां दी सेज ते मैं विराजिया होया, चारे पासे मेरे सिपाही ने, राज भाग दा मैं एडा शक्तिशाली मालक, ते बनया की मेरे नाल। ओह हालत साडी है माधवे क्या कहिए, भ्रम ऐसा जैसा मानिए होए न तैसा। नरपत एक सिंघासन सोया, सुपने पाया भिखारी, अछत राज बिशरत दुख पाया, सोगत भई हमारी। असी राजे हुंदे होए भी साध संगत जी की बन गए हाँ, भिखारी बन गए हाँ। है तो साडे कोल परमात्मा दा बख्शिश कीता होया आत्मराज है। साडे अंदर जोत किहदी वरत रही है, परमेश्वर दी जोत है ना साध संगत जी। जे परमेश्वर दी जोत है फिर दुखी क्यों हाँ सी। परमात्मा ते सत चित आनंद स्वरूप है, वो तो ना जमदा मरदा नहीं है, ना वो दुखी सुखी है, चेतन स्वरूप है। तो असी क्यों फिर साध संगत जी अपने आप नूं असत जड़ ते दुख रूप मनी बैठे हाँ। क्यों असी भिखारी बन गए हैं, राज भाग छड्ड करके परमेश्वर दा बख्शिया होया मन तू जोत स्वरूप है।
अपना मूल पछाण, अपने मूल नालों, अपनी जड़ नालों साध संगत जी टुट चुके हैं। ये तो जदों सतगुरु साहब जी तरस करके साडे ते पंचम पातशाह महाराज नूं सिक्खां ने बेनती की, महाराज तुसीं कहिंदे हो संसार सुपना है, फिर ये सच्चा क्यों लगता है? तो जे झूठा है, ये प्रतीत होना चाहिए भी ये झूठा है। जे ये सच्चा है फिर बिनसदा क्यों है महाराज? तो महाराज कहिंदे ने सुपने दे विच कदी किसी नूं नहीं पता लगा कि मैं सुपना देख रहा। सुपने विच अपने आप नूं सच्चा ही सारे मिथदे ने कि मैं सच ही देख रहा हाँ। ये तो जदों गुरु कृपा कर दवे उस व्यक्ति नूं, जिवें कोई बाहरों कोई सुपना वेख रहा होवे ते कई बारी वो सुपने का दृश्य ऐसा आ जाता कि फिर उन्होंने कहिंदे ने ये जिहड़ा बंदा है सुपने दीयां घटनावां देख करके बिरलाप करता है, बिरड़ाउंदा है, उन्होंने बिरड़ाउंदा कह दिंदे ने, एकदम उठेगा फिर वो। ਜਾਂ कई बारी की हुंदा कि सुपने दे विच ही ऐसा दृश्य देख लैंदा कि बाहर शरीर ते पसीनियों पसीनी हो जाता, तो डर का भाव चेहरे ते झलकदा है, डर जाता है। तो कई बारी बाहरों फिर माता कोल होवे, पिता कोई भाई कोल होवे, वो बांह तो फड़ के ठा दिंदा भी ये कित्थे फिरदा तूं, उठ जरा। बच्चे अक्सर ज़्यादा इस तरह कर लेंदे ने। महाराज कहिंदे गुरु कृपा करे तो उस जीव नूं, उस सिख नूं समझावे कि हे तू भाई आ जेड़े सुपने दे विच फिर रहा है, ये सुपने विच ना रह, तू इनू बाहर अपनी अखां खोल, अज्ञानता तो बाहर आ, ये सुपना तेरा टुट जाएगा। गुरु कृपा कर दे तो सुपना टुटदा है, नहीं तो सत संगत जी ये सुपना कदों पता लगता? जदों जीव नूं मौत आके दिखाई दिंदी उदों पता लगता भी आ सब कुछ सुपने विच ही बैठा सी, मैं तो सारा जीवन ही अपना जिहड़ा है व्यर्थ गवा लिया है। कहिंदे एक राजे की ये अवस्था बन गई, राज भाग हुंदे ही वह भिखारी बनया है, जीव भी राज भाग हुंदे ही साध संगत जी भिखारी बनया फिरदा है। अपने आप नूं जम्मण मरण वाला समझना, दुखी सुखी समझना, करता भोगता बनना, ये साध संगत जी भिखारी पुणाई है, होर की है। इसे वास्ते गुरु साहब जी कहिंदे तैनूं ये मनुखा शरीर देह मिली है भाई, इस देह नूं प्राप्त कर लिया है, हुण नाम जप, आ सुपने तो बाहर आ जा संसार तो तू। राज भयंग प्रसंग जैसे हहे, अब कश मर्म जनाया। राज भयंग, राज इत्थे नाम है रज्जू का, रज्जू भाव रस्सी का। थोड़ा जिहा प्रकाश होवे ना मात्र, ते बाकी हनेरा होवे। जे बहुता ही हनेरा हो गया तां भी नहीं पता लगना। ये दृष्टांत तुसीं अपने आप ते भी ढका सकते हो। तो वेदांत विच ये जिहड़ा दृष्टांत है बहुती वारी आउंदा है। कहिंदे रस्सी पई होवे हनेरे विच, थोड़ा थोड़ा चानण होवे, भाव पदार्थ थोड़े थोड़े भासदे होवन, दिखदे होवन, तो वो रस्सी जिहड़ी है तुहानूं रस्सी नहीं लगदी, वो तो इंज कहिंदे ने हाय सप ही आ गया। पई हुई रस्सी तो कई बारी बुड़क के उठदा भी सप कित्थों आ गया है। राज भयंग प्रसंग जैसे है, समझदा जीव ये तो सप है मेरे कोल और डर जाता है। इवें ही महाराज जी साडे नाल ये जिहड़ा भेद बनिया होया सी, इस जीवन नूं सच्चा मन्नी बैठे है तो ये झूठा है। जिवें रस्सी है तो झूठी है, जड़ रूप है, इवें ही संसार जिहड़ा साडा ये मनोमय संसार है ना, शरीर है तो जड़ है, इनू सच्चा समझी बैठे। हुण रस्सी ने डंग ते मार नहीं देना, पर अज्ञानता की खेड़ उत्थे वरती है, भरम पै गया। जीव भी अज्ञानता के कारण देह नूं सच समझदा है। जदों गुरु साहब जी कृपा कर देण, उत्थे प्रकाश चानण होवे, जिस कमरे विच उत्थे लाइट जगा दिओ ते वो जिहड़ी रस्सी है वो रस्सी प्रतीत होवेगी, उहदे विचों सप सारा कुछ ही उड़ जाना जिहड़ा भरम पा के बैठा है। सो ये भरम सानू हुण सतगुरु साहब जी ने जना दिता है। अनक कटक जैसे भूल परे, अब कहते कहन न आया।
ਕਹਿੰਦੇ ਹੁਣ ਇਹ ਅਵਸਥਾ ਬਣ ਗਈ ਹੈ, ਇਹ ਸਮਝ ਪੈ ਗਈ ਹੈ ਵੀ ਅਸੀਂ ਇਸ ਤਰ੍ਹਾਂ ਪਰਮਾਤਮਾ ਨਾਲੋਂ ਭੇਦ ਸਾਡਾ ਵੱਖਰਾ ਹੈ ਜਿਵੇਂ ਸੋਨਾ ਤੇ ਸੋਨੇ ਦੇ ਗਹਿਣਿਆਂ ਦਾ ਹੈ। ਅਨਕ ਕਟਕ ਸੋਨੇ ਦੇ ਗਹਿਣੇ ਹੋਵਣ, ਕੀ ਉਹ ਸੋਨੇ ਨਾਲੋਂ ਵੱਖਰੇ ਹਨ? ਨਹੀਂ, ਉਹ ਵੱਖਰੇ ਨਹੀਂ ਹਨ, ਹੈ ਤਾਂ ਇੱਕੋ ਰੂਪ ਹੀ ਹੈ। ਇਹ ਜੀਵ ਪਰਮਾਤਮਾ ਨਾਲੋਂ ਆਤਮਾ ਵੱਖਰੀ ਹੈ? ਨਹੀਂ ਸਾਧ ਸੰਗਤ ਜੀ, ਇਹ ਸਰੀਰਾਂ ਦੇ ਆਕਾਰ ਕਰਕੇ ਵੱਖਰੀ ਲੱਗ ਰਹੀ ਹੈ ਪਰ ਵੱਖਰੀ ਨਹੀਂ ਹੈ। ਇਵੇਂ ਇਹ ਜੀਵ ਆਪਣੇ ਆਪ ਨੂੰ ਵੱਖਰੀ ਸੱਤਾ ਵਾਲਾ ਸਮਝ ਬੈਠਦਾ ਹੈ ਤੇ ਉਹਦੇ ਕਾਰਨ ਹੀ ਫਿਰ ਦੁੱਖ ਭੋਗਦਾ ਹੈ ਬਹੁਤ ਜ਼ਿਆਦਾ। ਜਦੋਂ ਇਹ ਭਰਮ ਮਨ ਵਿੱਚੋਂ ਮਿਟ ਗਿਆ ਕਿ ਜਿਵੇਂ ਸੋਨੇ ਦੇ ਗਹਿਣੇ ਤੇ ਸੋਨਾ ਇੱਕ ਹੀ ਹੈ, ਸੁਨਿਆਰੇ ਨੂੰ ਇਹ ਪਤਾ ਹੈ ਵੀ ਇਹ ਗਹਿਣੇ ਜਿਹੜੇ ਨੇ ਸੋਨਾ ਹੀ ਹੈ, ਸ਼ੁੱਧ ਸੋਨਾ ਹੀ ਹੈ। ਉਹ ਜਦੋਂ ਆਪਣੀ ਕੁਠਾਲੀ ਵਿੱਚ ਪਾ ਕੇ ਉਹਨੂੰ ਤਾ ਦੇਗਾ, ਉਹ ਫਿਰ ਉਹ ਰੂਪ ਹੀ ਹੋ ਜਾਵੇਗਾ। ਤੇ ਜੀਵ ਵੀ ਜਿਹੜੇ ਨੇ ਇਹ ਪ੍ਰਮਾਤਮਾ ਦੀ ਉਸ ਦੀ ਕਲਾ ਦੇ ਨਾਲ ਹੀ ਸਾਧ ਸੰਗਤ ਜੀ ਸਰੀਰਾਂ ਵਿੱਚ ਪਏ ਹੋਏ ਨੇ, ਘੜਿਆਂ ਵਿੱਚ। ਜਦੋਂ ਉਸ ਪ੍ਰਮਾਤਮਾ ਨੇ ਆਪਣੇ ਵਿੱਚ ਭੇਦ ਕਰ ਲਏ, ਸਾਰੇ ਉਹਦਾ ਹੀ ਸਰੂਪ ਹੋ ਜਾਣੇ ਨੇ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਮਹਾਰਾਜ ਹੁਣ ਇਹ ਅਵਸਥਾ ਬਣ ਗਈ ਹੈ, ਹੁਣ ਅਸੀਂ ਕਹਿ ਨਹੀਂ ਸਕਦੇ ਜਿਹੜੀ ਅਵਸਥਾ ਅਸੀਂ ਕਹਿਣੀ ਚਾਹੁੰਦੇ ਹਾਂ, ਭਾਵ ਸੋਨਾ ਤੇ ਸੋਨੇ ਦੇ ਗਹਿਣੇ ਇੱਕ ਸਰੂਪ ਹੀ ਨੇ। ਭਗਤ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ, ਉਹ ਪਰਮਾਤਮਾ ਦਾ ਸਰੂਪ ਹੀ ਹੈ, ਭਾਵੇਂ ਉਹ ਬਾਹਰਲੀ ਦ੍ਰਿਸ਼ਟੀ ਦੇ ਕਰਕੇ ਵੱਖਰਾ ਪ੍ਰਤੀਤ ਹੁੰਦਾ ਹੈ। ਮਹਾਰਾਜ ਇਹ ਤੁਸੀਂ ਸਾਡੇ ਭਰਮ ਦਾ ਨਾਸ਼ ਕਰ ਦਿੱਤਾ ਹੈ। ਔਰ ਭਰਮ ਨਾਸ਼ ਹੁੰਦਾ ਕਦੋਂ ਹੈ? ਜਦੋਂ ਹਉਮੈ ਹੰਕਾਰ ਜੀਵ ਤਿਆਗ ਦਿੰਦਾ ਹੈ। ਸਰਬ ਏਕ ਅਨੇਕੈ ਸੁਆਮੀ ਸਭ ਘਟ ਭੋਗਵੈ ਸੋਈ। ਪਤਾ ਕਿਵੇਂ ਲੱਗਾ? ਸਭ ਜਗ੍ਹਾ ਤੇ ਪਰਮਾਤਮਾ ਹੀ ਹੈ। ਉਹ ਇੱਕ ਨਿਰਗੁਣ ਸਰੂਪ ਵਿੱਚ ਵੀ ਆਪ ਹੀ ਹੈ ਤੇ ਸਰਗੁਣ ਸਰੂਪ ਵਿੱਚ ਵੀ ਆਪ ਹੀ ਹੈ ਪਰਮਾਤਮਾ। ਇੱਕ ਤੋਂ ਅਨੇਕ ਜਿਹੜੀ ਉਹਦੀ ਕਲਾ ਵਰਤ ਰਹੀ ਹੈ, ਉਹਦੇ ਵਿੱਚ ਆਪ ਹੀ ਸਵਾਮੀ ਮਾਲਕ, ਸਭ ਘਟਾਂ ਦੇ ਵਿੱਚ ਆਪ ਹੀ ਭੋਗਣ ਵਾਲਾ ਹੈ, ਆਪ ਹੀ ਕਰਤਾ ਹੈ। ਇਹ ਸਮਝ ਪੈ ਗਈ ਹੈ। ਜਦੋਂ ਸਾਧ ਸੰਗਤ ਜੀ ਆਪਣੇ ਆਪ ਨੂੰ ਕਰਤਾ ਮੰਨਾਂਗੇ ਤੇ ਫਿਰ ਭੋਗੀ ਵੀ ਤੁਸੀਂ ਆਪ ਹੀ ਹੋਵੋਗੇ। ਜੇ ਹੰਕਾਰ ਸਹਿਤ ਹੋ ਕਰਕੇ ਆਪਣੇ ਆਪ ਨੂੰ ਕਰਤਾ ਜੀਵ ਮੰਨੇਗਾ, ਫਿਰ ਭੋਗਣ ਵਾਲਾ ਵੀ ਆਪ ਹੈ। ਤਾਂ ਹੀ ਤਾਂ ਦੁੱਖ ਲੱਗਦਾ ਹੈ। ਬ੍ਰਹਮ ਗਿਆਨੀ ਦੀ ਅਵਸਥਾ ਸਾਡੇ ਨਾਲੋਂ ਵੱਖਰੀ ਕਿਉਂ ਹੈ? ਹੁੰਦਾ ਤੇ ਉਹ ਵੀ ਸਾਡੇ ਵਾਂਗ ਹੀ ਸਰੀਰ ਦਾ ਮਾਲਕ ਹੈ, ਪਰ ਉਹ ਆਪਣੇ ਆਪ ਨੂੰ ਕਰਤਾ ਭੋਗਤਾ ਨਹੀਂ ਮੰਨਦਾ। ਕਰਤਾ ਕੌਣ ਹੈ? ਕੇਵਲ ਅਕਾਲ ਪੁਰਖ ਵਾਹਿਗੁਰੂ। ਤੇ ਭਗਤ ਸਾਹਿਬ ਵੀ ਕਹਿ ਰਹੇ ਸਰਬ ਏਕ ਅਨੇਕੈ ਸੁਆਮੀ। ਉਹ ਇੱਕ ਤੋਂ ਅਨੇਕ ਜਿਹੜੀ ਇਹ ਸਾਰੀ ਪ੍ਰਕਿਰਤੀ ਦੀ ਘਟਨਾ ਚੱਲ ਰਹੀ ਹੈ, ਉਹ ਆਪ ਹੀ ਹੈ ਪਰਮਾਤਮਾ। ਤੇ ਸਭ ਘਟਾਂ ਦੇ ਵਿੱਚ ਭੋਗਣਹਾਰ ਵੀ ਆਪ ਹੀ ਹੈ। ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਉਹ ਪਰਮੇਸ਼ਰ ਹੱਥਾਂ ਤੋਂ ਵੀ ਪੈਰਾਂ ਤੋਂ ਵੀ ਨੇੜੇ ਹੈ। ਸਾਡੇ ਵਾਸਤੇ ਪਰਮਾਤਮਾ ਦੂਰ ਹੋ ਸਕਦਾ ਹੈ, ਪਰ ਸਤ ਸੰਗਤ ਜੀ ਭਗਤ ਵਾਸਤੇ ਪਰਮਾਤਮਾ ਨੇੜੇ ਤੋਂ ਨੇੜੇ ਹੈ, ਸਭ ਤੋਂ ਨੇੜੇ ਵਾਹਿਗੁਰੂ ਹੈ। ਤੇ ਜੋ ਕੁਝ ਵੀ ਹੋ ਰਿਹਾ ਹੈ ਉਹ ਸੁਤੇ ਸਿੱਧੀ ਗਿਆਨ ਦੀ ਅਵਸਥਾ ਦੇ ਵਿੱਚ ਹੀ ਹੋ ਰਿਹਾ, ਗਿਆਨਤਾ ਵਸ ਨਹੀਂ ਹੋ ਰਿਹਾ। ਜਿਹੜਾ ਅਗਿਆਨੀ ਜੀਵ ਹੈ ਉਹਦੇ ਵਾਸਤੇ ਜੋ ਵਰਤਾਰਾ ਵਰਤਦਾ ਉਹ ਗਿਆਨ ਦੇ ਵਿੱਚ ਸਤ ਸੰਗਤ ਜੀ ਵਰਤਦਾ ਹੈ। ਜਦੋਂ ਅਗਿਆਨ ਵਿੱਚ ਹੁੰਦਾ ਫਿਰ ਦੁਖੀ ਸੁਖੀ ਹੁੰਦਾ ਹੈ। ਜਿਹੜਾ ਗਿਆਨੀ ਪੁਰਸ਼ ਹੈ ਉਹਨੂੰ ਪਤਾ ਕਿ ਸਾਰਾ ਕੁਝ ਪਰਮਾਤਮਾ ਦੀ ਰਜ਼ਾ ਵਿੱਚ ਹੈ। ਉਹ ਗਿਆਨ ਸਹਿਤ ਹੋਣ ਕਰਕੇ ਕਦੀ ਸਤ ਸੰਗਤ ਜੀ ਭੁੱਲਦਾ ਨਹੀਂ ਹੈ। ਅਸੀਂ ਭੁੱਲ ਜਾਂਦੇ ਹਾਂ, ਭੜਕ ਜਾਂਦੇ ਹਾਂ ਵਾਰ-ਵਾਰ। ਅਸੀਂ ਹੁਣ ਕਥਾ ਸੁਣੀ, ਫਿਰ ਜਾ ਕੇ ਜਦੋਂ 5-10 ਮਿੰਟ ਲੰਘ ਗਏ, ਫਿਰ ਅਸੀਂ ਕਿੱਥੇ ਤੇ ਪਰਮਾਤਮਾ ਕਿੱਥੇ, ਮਨ ਕਿੱਥੇ ਤੇ ਉਹ ਆਤਮ ਚੇਤਨ ਕਿੱਥੇ ਹੈ, ਸਭ ਭੜਕ ਜਾਣਾ। ਫਿਰ ਬ੍ਰਹਮ ਗਿਆਨੀ ਦਾ ਗਿਆਨ ਏਡਾ ਗੂੜਾ ਹੋ ਜਾਂਦਾ, ਉਹਦੀ ਅਵਸਥਾ ਇੱਕ ਰਸ ਬਣ ਜਾਂਦੀ ਹੈ। ਉਹ ਅਤੀਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਕਹਿੰਦੇ ਹੁਣ ਇਹ ਭਰਮ ਨਾਸ਼ ਹੋ ਗਿਆ ਹੈ ਤੇ ਸਹਿਜ ਅਵਸਥਾ ਵਿੱਚ ਹੀ ਸਾਰਾ ਕੁਝ ਇਹ ਚੱਲ ਰਿਹਾ ਹੈ। ਹੁਣ ਅਸੀਂ ਆਤਮ ਸ਼ਹਿਜ਼ਾਦੇ ਬਣ ਗਏ ਹਾਂ। ਜਿਵੇਂ ਰੱਸੀ ਪ੍ਰਤੀਤ ਹੁੰਦੀ ਹੈ ਸੱਪ, ਅਗਿਆਨਤਾ ਕਰਕੇ ਹੁਣ ਪਰਮਾਤਮਾ ਦੇ ਨਾਮ ਦਾ, ਗਿਆਨ ਦਾ ਪ੍ਰਕਾਸ਼ ਕਰਕੇ ਅਸੀਂ ਜੀਵ ਉਹਦੇ ਤੋਂ ਵੱਖਰੇ ਨਹੀਂ ਹਾਂ। ਇਹ ਜਿਹੜੀ ਪਾਵਨ ਵਿਚਾਰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਕਰਵਾਈ ਹੈ, ਵਿਚਾਰ ਕਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀ ਭੁੱਲ ਗਲਤੀ ਹੋ ਜਾਣੀ ਸੁਭਾਵਿਕ ਹੈ।
ਗੁਰੂ ਸਾਹਿਬ ਦੀ ਸੰਗਤ ਸੱਚੇ ਪਾਤਸ਼ਾਹ ਬਖਸ਼ਣਹਾਰ ਹਨ। ਬਖਸ਼ ਲੈਣਾ ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣ ਹਾਰ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ